ਐਲਾਨਾਂ ਦੇ ਬਾਵਜੂਦ, ਬੰਦਸ਼ਾਂ ਦੇ ਬਾਵਜੂਦ, ਪਾਬੰਦੀਆਂ ਤੋਂ ਬੇਪਰਵਾਹ ਹੋ ਕੇ, ਨਾਬਰ ਹੋ ਕੇ ਉਹ ਜਲਿਆਂਵਾਲੇ ਬਾਗ ਦੇ ਇੱਕ ਰਾਜਨੀਤਿਕ ਜਲਸੇ 'ਚ ਇਕੱਠੇ ਹੋ ਰਹੇ ਸੀ ਕਿ ਕਿਸੇ ਵਿਸਾਖੀ ਦੇ ਮੇਲੇ 'ਚ ਜੁੜੇ ਹੋਏ ਸੀ। ਸਾਡੇ ਲੋਕਾਂ ਦੀ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਆਵਾਜ਼ ਉਠਾਉਣ ਦਾ ਪੁਰਅਮਨ ਲੋਕਾਂ ਨੂੰ ਕੀ ਖਮਿਆਜਾ ਭੁਗਤਣਾ ਪਿਆ, ਉਹਦੇ ਵਿੱਚੋਂ ਪ੍ਰਭਾਵ ਨਹੀਂ ਦਿਸਦਾ। 8 ਮਸ਼ੀਨਾਂ ਲੱਗ ਚੁੱਕੀਆਂ ਨੇ। ਇਸ ਮੌਕੇ ਕੋਈ ਟਿਕਟ ਨਹੀਂ ਕੱਟੀ ਜਾਂਦੀ, ਇਸ ਮੌਕੇ ਉਹ ਹਾਈਡ ਨੇ, ਛੁਪੀਆਂ ਹੋਈਆਂ ਨੇ। ਅਗਲੇ ਦਿਨਾਂ 'ਚ ਪੂਰੀ ਤਿਆਰੀ ਹੈ। ਇਹਦਾ ਕੀ ਮਤਲਬ ਹੈ? ਕੌਮੀ ਇਤਿਹਾਸ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਲਹੂ ਰੱਤੀ ਉਸ ਮਿੱਟੀ ਨੂੰ ਸਿਜਦਾ ਕਰਨ ਵਾਸਤੇ ਵੀ ਤੁਹਾਨੂੰ ਇੱਕ ਟਿਕਟ, ਇੱਕ ਟੋਲ ਪਲਾਜ਼ੇ ਦੇ ਵਿੱਚ ਦੀ ਹੋ ਕੇ ਲੰਘਣਾ ਪਊਗਾ। ਇੱਕ ਇਤਿਹਾਸਿਕ ਇਬਾਦਤ ਗਾਹ ਦੀ ਥਾਂ ਦੇ ਉੱਤੇ ਇੱਕ ਸੈਰਗਾਹ, ਇੱਕ ਜਿਹੜੀ ਹੈ ਟੂਰਿਸਟ ਸਪੌਟ ਦੀ ਫੀਲਿੰਗ ਤੁਹਾਨੂੰ ਆਉਂਦੀ ਆ। ਦੁਨੀਆ 'ਚ ਕਦੀ ਵੀ ਕਿਸੇ ਇਤਿਹਾਸ ਗਾਹ ਦਾ, ਹਿਸਟਰੀ ਦਾ ਸੁੰਦਰੀਕਰਨ ਕੀਤਾ ਹੀ ਨਹੀਂ। ਉੱਥੇ ਇੱਕ ਫੁਆਰਾ ਚੱਲਦਾ ਹੁੰਦਾ ਸੀ ਤੇ ਉੱਥੇ ਇੱਕ ਹੇਠਾਂ ਇੱਕ ਪੂਰੀ ਇੱਕ ਜਗ੍ਹਾ ਬਣੀ ਸੀ ਜਿਹਦੇ ਵਿੱਚ ਬਿਊਟੀਫੁਲ ਇੱਕ ਕਲਰਫੁਲ ਲਾਈਟਾਂ ਪੈਂਦੀਆਂ ਸੀ ਪਾਣੀ ਦੇ ਡਿੱਗਣ ਨਾਲ। ਉਹਦੇ ਵਿੱਚ ਜਸਵੀਰ ਜੀ ਕਮਲ ਦੇ ਫੁੱਲ ਲਾ ਦਿੱਤੇ ਆ। ਭਾਜਪਾ ਦਾ ਟ੍ਰੇਡਮਾਰਕ ਜਿਹੜਾ ਹੈਗਾ, ਭਾਜਪਾ ਦਾ ਚਿੰਨ੍ਹ ਲਗਾ ਦਿੱਤਾ। ਜਨਰਲ ਡਾਇਰ ਦਾ ਸਟੈਚੂ ਵੀ ਇਹਦੇ ਨਾਲ, ਫਿਰ ਉਹਦੇ ਊਧਮ ਸਿੰਘ ਦੇ ਨਾਲ ਹੀ ਲਾ ਲੈਣਾ ਸੀ। ਇਹ ਕੀ ਸਮਝਦੇ ਆ ਕਿ ਇੱਥੇ ਮਨੋਵਿਗਿਆਨ ਕਿਸੇ ਨੂੰ ਨਹੀਂ ਆਉਂਦਾ? ਭਗਤ ਸਿੰਘ ਕਹਿੰਦਾ ਸਾਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ। ਇਹ ਸਾਮਰਾਜਵਾਦ ਮੁਰਦਾਬਾਦ ਕਾਹਤੇ ਕੱਟਿਆ ਬਈ? ਜਿਹੜਾ ਵੀ ਇਹੋ ਜਿਹਾ ਚਿੰਨ੍ਹ ਜਾਂ ਇਹੋ ਜਿਹੀ ਕੋਈ ਵੀ ਵੌਇਸ ਜਿਹੜੀ ਸਾਮਰਾਜ ਦੇ ਖਿਲਾਫ ਜਾਂਦੀ ਹੋਵੇ, ਉਹਨੂੰ ਸੋਚ ਸਮਝ ਕੇ ਕੌਨਸ਼ੀਅਸਲੀ ਉਹਨੂੰ ਮੇਟਿਆ ਜਾ ਰਿਹਾ। ਜਲਿਆਂਵਾਲਾ ਬਾਗ ਇਹ ਮਹਿਜ਼ ਕਿਸੇ ਸਥਾਨ ਦਾ ਨਾਮ ਨਹੀਂ ਹੈ, ਇਹ ਭਾਰਤ ਦਾ ਇਤਿਹਾਸ ਹੈ। ਭਾਰਤ ਦੀ ਆਤਮਾ ਦੇ ਉੱਤੇ ਵੱਜੀ ਉਹ ਚੋਟ ਹੈ ਜਿਹਨੇ ਆਜ਼ਾਦੀ ਦੀ ਲੜਾਈ ਨੂੰ ਹੋਰ ਤਿਖੇਰਾ ਕੀਤਾ ਸੀਗਾ। ਤੇ ਇਸੇ ਹੀ ਜਲਿਆਂਵਾਲੇ ਬਾਗ ਦੇ ਕਾਂਡ ਤੋਂ ਬਾਅਦ ਸ਼ਹੀਦ ਊਧਮ ਸਿੰਘ ਦੇ ਮਨ ਦੇ ਅੰਦਰ ਇੱਕ ਜਜ਼ਬਾ ਪੈਦਾ ਹੁੰਦਾ ਆ ਤੇ ਉਹਦੇ ਤੋਂ ਬਾਅਦ ਲੰਡਨ ਜਾ ਕੇ ਮਾਈਕਲ ਅਡਵਾਇਰ ਨੂੰ ਕਤਲ ਕਰਕੇ ਆਉਂਦਾ ਆ। ਇਹਦੇ ਨਾਲ ਇੱਕ ਇਤਿਹਾਸ ਜੁੜਿਆ ਆ, ਲੋਕ ਭਾਵਨਾਤਮਕ ਤੌਰ ਤੇ ਜੁੜੇ ਹੋਏ ਨੇ। ਪਰ ਆ ਪਿਛਲੇ ਕੁਝ ਸਮੇਂ ਦੇ ਦਰਮਿਆਨ 20 ਕਰੋੜ ਰੁਪਈਆ ਜਲਿਆਂਵਾਲਾ ਬਾਗ ਯਾਦਗਾਰ ਦੇ ਉੱਤੇ ਖਰਚਿਆ ਗਿਆ ਔਰ ਉਸ 20 ਕਰੋੜ ਰੁਪਈਏ ਨੇ ਯਾਦਗਾਰ ਨੂੰ ਕਿੰਨਾ ਕੁ ਬਿਹਤਰ ਬਣਾਇਆ ਤੇ ਕਿੰਨਾ ਕੁ ਉਸ ਯਾਦਗਾਰ ਨੂੰ ਇਤਿਹਾਸਕ ਤੌਰ ਤੇ ਬੱਤਰ ਬਣਾ ਦਿੱਤਾ ਆ। ਮੈਨੂੰ ਲੱਗਦਾ ਕਿ ਉਹਦੇ ਤੇ ਚਰਚਾ ਲਗਾਤਾਰ ਚੱਲਦੀ ਪਈ ਹੈ। ਇਸ ਵੇਲੇ ਸਾਡੇ ਨਾਲ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਤੋਂ ਕਨਵੀਨਰ ਅਮੋਲਕ ਸਿੰਘ ਹੋਰੀ ਮੌਜੂਦ ਨੇ, ਜਿਹੜੇ ਪਿਛਲੇ ਦਿਨੀ ਜਲਿਆਂਵਾਲੇ ਬਾਗ ਦੇ ਵਿੱਚ ਜਾ ਕੇ ਆਏ ਆ। ਲੇਖਾ ਜੋਖਾ ਅਮੋਲਕ ਜੀ ਤੁਸੀਂ ਕੀਤਾ ਹੈ ਕਿ ਕੀ ਚੰਗਾ ਕੀ ਮਾੜਾ ਆ, ਕਿਹੜੀ ਚੀਜ਼ ਨੂੰ ਇੰਨਾ ਬਦਲ ਦਿੱਤਾ ਜਿਹਨੂੰ ਕਬੂਲ ਨਹੀਂ ਕੀਤਾ ਜਾ ਸਕਦਾ ਤੇ ਕਿਹੜੀ ਚੀਜ਼ ਬਦਲੀ ਗਈ ਹੈ ਤੇ ਉਹਨੂੰ ਲੱਗਦਾ ਕਿ ਹਾਂ ਇਹਨੂੰ ਥੋੜ੍ਹਾ ਜਿਹਾ ਬਿਹਤਰ ਦਰੁਸਤ ਕਰ ਦਿੱਤਾ ਗਿਆ। ਜਦੋਂ ਆਪਾਂ ਗੱਲ ਕਰਦੇ ਹਾਂ ਜਲਿਆਂਵਾਲੇ ਬਾਗ ਦੇ ਕਾਂਡ ਦੀ, ਤੇ ਮੈਂ ਥੋੜ੍ਹਾ ਜਿਹਾ ਇੱਥੋਂ ਹੀ ਗੱਲ ਸ਼ੁਰੂ ਕਰ ਲੈਂਦਾ ਕਿ ਉਸ ਜਲਿਆਂਵਾਲੇ ਬਾਗ ਦੇ ਵਿੱਚ ਐਂਟਰ ਹੁੰਦਿਆਂ ਹੀ ਪਹਿਲੇ ਪਹਿਲ ਉਹ ਸੰਕਰੀ ਗਲੀ, ਪਤਲੀ ਤੰਗ ਗਲੀ ਦੇ ਵਿੱਚੋਂ ਲੰਘਦੇ ਤੁਸੀਂ ਇਹ ਅਹਿਸਾਸ ਕਰਦੇ ਹੁੰਦੇ ਸੀਗੇ ਕਿ ਕਿਵੇਂ ਉਹ ਦੌਰ ਹੋਏਗਾ ਕਿ ਜਨਰਲ ਡਾਇਰ ਇਸੇ ਗਲੀ 'ਚੋਂ ਲੈ ਕੇ ਲੰਘਦਾ ਆ ਆਪਣੀ ਪਲਟਣ ਨੂੰ ਤੇ ਉਹਦੇ ਤੋਂ ਬਾਅਦ ਅੰਨ੍ਹੇਵਾਹ ਗੋਲੀਆਂ ਭਰਾਉਂਦਾ ਹੈ ਤੇ ਕੋਈ ਇੱਥੋਂ ਨਿਕਲਣ ਲਈ ਰਾਹ ਨਹੀਂ। ਤੇ ਇਹ ਗਲੀ ਇੱਕ ਤੁਹਾਡੇ ਮਨ ਦੇ ਅੰਦਰ ਸਿਰਹਨ ਪੈਦਾ ਕਰਦੀ ਸੀ। ਤੇ ਅਮੋਲਕ ਸਿੰਘ ਜੀ, ਗੱਲ ਆਪਾਂ ਗਲੀ ਤੋਂ ਸ਼ੁਰੂ ਕਰ ਲੈਂਦੇ ਕਿ ਹੁਣ ਜਦੋਂ ਉੱਥੇ ਵੜਦੇ ਹਾਂ, ਹੁਣ ਤੁਹਾਨੂੰ ਉਹ ਸਿਰਹਨ ਤਾਂ ਪੈਦਾ ਹੁੰਦੀ ਨਹੀਂ, ਰੋਮਾਂਚ ਜਿਹਾ ਪੈਦਾ ਹੁੰਦਾ, ਸੈਲਫੀ ਪੁਆਇੰਟ ਬਣਾ ਕੇ ਰੱਖ ਦਿੱਤਾ ਉਸ ਗਲੀ ਨੂੰ। ਪਹਿਲੀ ਗੱਲ ਤਾਂ ਆਪਾਂ ਇੱਥੋਂ ਸ਼ੁਰੂ ਹੋ ਜਾਂਦੇ ਕਿ ਗਲੀ ਤੋਂ ਜਦੋਂ ਐਂਟਰ ਕਰਦੇ ਕਿ ਉਹ ਕੀ ਚੀਜ਼ਾਂ ਬਣਾਤੀਆਂ, ਉੱਥੇ ਬੁੱਤ ਬਣਾਤੇ ਆ, ਘੜ ਦਿੱਤੇ ਆ ਦੀਵਾਰਾਂ ਦੇ ਵਿੱਚ, ਤੇ ਉਹਦੇ ਨਾਲ ਕਿਹੜੀਆਂ ਤਬਦੀਲੀਆਂ ਆਈਆਂ ਤੇ ਹੁਣ ਆਉਣ ਵਾਲੇ ਜਿਹੜੇ ਦੇਖਣ ਵਾਲੇ ਆ ਉਸ ਯਾਦਗਾਰ ਹਾਲ ਨੂੰ, ਉਹਨਾਂ ਦੇ ਮਨ ਦੇ ਅੰਦਰ ਦਾਖਲ ਹੁੰਦੇ ਆ ਕਿੱਦਾਂ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ? ਜਿਉਂ ਹੀ ਅਸੀਂ ਜਲਿਆਂਵਾਲਾ ਬਾਗ ਦੀ ਉਸ ਬਹੁਤ ਹੀ ਤੰਗ ਇਤਿਹਾਸਕ ਗਲੀ ਦੇ ਵਿੱਚ ਦੀ ਦਾਖਲ ਹੋਣ ਹੀ ਲੱਗਦੇ ਹਾਂ ਤਾਂ ਇੱਕਦਮ ਤੁਹਾਨੂੰ ਦੋਨੋਂ ਦੀਵਾਰਾਂ ਦੇ ਉੱਤੇ ਹੁਣੇ ਬਣਾਈਆਂ ਹੋਈਆਂ ਮੂਰਤੀਆਂ ਦਿਖਾਈ ਦਿੰਦੀਆਂ ਨੇ। ਇੱਕ ਤਾਂ ਮੂਰਤੀਆਂ ਦੀ ਵੇਸ਼ ਭੂਸ਼ਾ ਜਿਹੜੀ ਹੈ, ਉਹਨਾਂ ਦੀ ਜਿਹੜੀ ਭੂਗੋਲਿਕਤਾ, ਉਹਨਾਂ ਦੀ ਹਿਸਟੋਰੀਸਿਟੀ ਜਿਹੜੀ ਆ, ਉਹ ਆਪਣੇ ਆਪ ਤੌਰ ਦੇ ਉੱਤੇ ਉਹਦਾ ਪੰਜਾਬੀ ਇੱਥੋਂ ਦਾ ਜਿਹੜਾ ਉਦੋਂ ਦਾ 1919 ਦਾ ਪੰਜਾਬ ਹੈ, ਉਹਦੇ ਨਾਲ ਉਹਦਾ ਕੋਈ ਲੈਣ ਦੇਣ ਨਹੀਂ ਬਣਦਾ ਹੈ। ਉਹ ਬਹੁਤ ਬਜ਼ੁਰਗ ਬੰਦੇ ਤੇ ਉਹਨਾਂ
ਉਹਨਾਂ ਦੇ ਪਟਕੇ ਬੰਨੇ ਹੋਏ ਨੇ ਫੜ ਕੇ ਤੇ ਕਿਸੇ ਨੂੰ ਕਿਸੇ ਤਰ੍ਹਾਂ ਦਾ ਬਣਾਇਆ ਹੋਇਆ। ਚਲੋ ਉਹ ਤਾਂ ਜੋ ਹੈ ਇਹ ਫਿਰ ਵੀ ਸੈਕੰਡ ਪੁਆਇੰਟ ਆ। ਫਸਟ ਆਫ ਆਲ ਤਾਂ ਇਹੀ ਹੈ ਕਿ ਉਹ ਇੰਪ੍ਰੈਸ਼ਨ ਇਹ ਸਾਰਾ ਆ ਰਿਹਾ ਕਿ ਹੱਸਦੇ ਨੱਚਦੇ ਗਾਉਂਦੇ ਉਹ ਆਪਣੇ ਕੋਲੇ ਛੋਟੀਆਂ ਗੁੱਡੀਆਂ ਫੜ ਕੇ ਬੱਚੇ ਜਿਹੜੇ ਨੇ ਪਟੋਲੇ ਫੜ ਕੇ ਜਾ ਰਹੇ ਨੇ ਕਿ ਜਿੱਦਾਂ ਉਹ ਵਿਸਾਖੀ ਦੇ ਮੇਲੇ ਤੇ ਜਾ ਰਹੇ ਨੇ। ਕਿ ਲੋਕ ਤਾਂ ਵਿਸਾਖੀ ਦੇ ਮੇਲੇ ਤੇ ਜੁੜੇ ਸੀ, ਉੱਥੇ ਕੋਈ ਭੀੜ ਗਈ, ਉੱਥੇ ਜਨਰਲ ਡਾਇਰ ਗਿਆ ਹੋਣਾ, ਪੁਲਿਸ ਗਈ ਹੋਣੀ ਆ, ਲੋਕ ਹਿੰਸਕ ਹੋ ਗਏ, ਉਹਨਾਂ ਨੇ ਕੋਈ ਹਮਲਾ ਕਰ ਦਿੱਤਾ, ਜਿਵੇਂ ਕਿ ਉਹਨਾਂ ਦੀਆਂ ਆਪ ਦੀਆਂ ਬ੍ਰਿਟਿਸ਼ ਦੀਆਂ ਹਿਸਟਰੀ ਦੇ ਵਿੱਚ ਲਿਖਿਆ ਹੋਇਆ ਕਿ ਉਹ ਹਿੰਸਕ ਭੀੜ ਨੂੰ ਰੋਕਣ ਵਾਸਤੇ ਉਹਨਾਂ ਨੂੰ ਤਾਂ ਫਿਰ ਕਰਨਾ ਪਿਆ। ਐਕਚੁਅਲੀ ਉਹ ਮੇਲੇ ਵਾਸਤੇ ਨਹੀਂ ਸੀ। ਉਸ ਤੋਂ ਕਿੰਨੇ ਦਿਨ ਪਹਿਲਾਂ ਜਦੋਂ ਰਾਮਨਵਮੀ ਮਨਾਈ ਆ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ, ਉਸ ਮੌਕੇ ਹੀ ਢਿੱਡ ਪੀੜ ਹੋਣ ਲੱਗੀ ਸੀ ਬਰਤਾਨਵੀ ਹਕੂਮਤ ਦੇ ਕਿ ਆ ਜਿਨ੍ਹਾਂ ਨੂੰ ਅਸੀਂ ਇੰਨਾ ਵੰਡ ਕੇ ਰੱਖਿਆ ਹੋਇਆ ਇਹ ਸਾਰੇ ਰਲ ਕੇ ਇਕੱਠੇ ਹੋ ਕੇ ਕਰ ਰਹੇ। ਉਸ ਤੋਂ ਬਾਅਦ ਮਾਰਸ਼ਲ ਲਾ ਲਾਗੂ ਹੋ ਗਿਆ। ਉਸ ਤੋਂ ਬਾਅਦ ਦੋ ਜਿਹੜੀਆਂ ਮਨਿਆਦੀਆਂ ਹੋਈਆਂ। ਇੱਕ ਪਾਸੇ ਇੱਕ ਬੱਚਾ ਜਿਹੜਾ ਪੀਪਾ ਲੈ ਕੇ ਮਨਿਆਦੀ ਕਰ ਰਿਹਾ ਸੀ ਕਿ 13 ਤਰੀਕ ਨੂੰ ਜਲਿਆਂਵਾਲਾ ਬਾਗ ਪਹੁੰਚੋ, ਉੱਥੇ ਮਾਰਸ਼ਲ ਲਾ ਦੇ ਖਿਲਾਫ ਤੇ ਬਲੈਕ ਲਾਜ਼ ਨੇ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਦੇ ਖਿਲਾਫ ਇੱਕ ਵੱਡੀ ਇਕੱਠ ਹੋਏਗਾ। ਡਾਕਟਰ ਸਤਪਾਲ ਕਿਚਲੂ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਇਕੱਠੇ ਹੋਵਾਂਗੇ ਆਪਾਂ ਸਾਰੇ ਲੋਕ। ਇੱਕ ਬੁਨਿਆਦੀ ਹੋ ਰਹੀ ਸੀ ਕਿ ਖਬਰਦਾਰ ਜੇ ਕਿਸੇ ਨੇ ਕਾਇਦਾ ਕਾਨੂੰਨ ਆਪਣੇ ਹੱਥ ਦੇ ਵਿੱਚ ਲਿਆ ਤਾਂ ਉਹਦੇ ਤੁਹਾਨੂੰ ਇੰਜਾਮ ਭੁਗਤਣਾ ਪਊਗਾ। ਇਹਦੇ ਬਾਵਜੂਦ ਭਲਾ ਦੀ ਕਿਹੜੇ ਲੋਕ ਆ ਜਿਹੜੇ ਉੱਥੇ ਵਿਸਾਖੀ ਮਨਾਉਣ ਚਲੇ ਗਏ ਉਸ ਮੇਲੇ ਦੇ ਵਿੱਚ, ਹੈ ਨਾ। ਤੇ ਕੁਝ ਲੋਕ ਹੋ ਸਕਦੇ ਆ ਥੋੜ੍ਹੇ ਬਹੁਤੇ ਹੋਣ ਵੀ, ਪਰ ਉਹਨਾਂ ਨੇ ਇਤਿਹਾਸਕ ਤੌਰ ਦੇ ਉੱਤੇ ਇੱਕ ਤਾਂ ਚੀਜ਼ਾਂ ਮੂਰਤੀਆਂ ਦਿਸਦੀਆਂ ਨੇ ਨਾ ਕਿ ਉਹਨਾਂ ਦਾ ਰੰਗ ਰੂਪ ਬਦਲ ਦਿੱਤਾ, ਉਹਨਾਂ ਨੂੰ ਇੱਕ ਮੇਲੇ ਵਰਗਾ ਪ੍ਰਭਾਵ ਦੇ ਦਿੱਤਾ। ਇੱਕ ਉਹ ਚੀਜ਼ ਆ ਜਿਹੜੀ ਸਿੱਧੀ ਤੁਹਾਨੂੰ ਦਿਖਾਈ ਨਹੀਂ ਦਿੰਦੀ, ਹਾਈਡ ਆ। ਹਾਈਡ ਇਹ ਆ ਕਿ ਕੀ ਇਤਿਹਾਸਕ ਤੌਰ ਦੇ ਉੱਤੇ ਲੋਕ ਬਰਤਾਨਵੀ ਹਕੂਮਤ ਦੇ ਐਲਾਨਾਂ ਦੇ ਬਾਵਜੂਦ, ਬੰਦਸ਼ਾਂ ਦੇ ਬਾਵਜੂਦ, ਪਾਬੰਦੀਆਂ ਤੋਂ ਬੇਪਰਵਾਹ ਹੋ ਕੇ, ਨਾਬਰ ਹੋ ਕੇ ਉਹ ਜਲਿਆਂਵਾਲੇ ਬਾਗ ਦੇ ਇੱਕ ਰਾਜਨੀਤਿਕ ਜਲਸੇ 'ਚ ਇਕੱਠੇ ਹੋ ਰਹੇ ਸੀ ਕਿ ਕਿਸੇ ਵਿਸਾਖੀ ਦੇ ਮੇਲੇ 'ਚ ਜੁੜੇ ਹੋਏ ਸੀ। ਇਹ ਅਮੋਲਕ ਜੀ ਇਹਨੂੰ ਕਹਿ ਸਕਦੇ ਹਾਂ ਕਿ ਜਲਿਆਂਵਾਲੇ ਬਾਗ ਦੀ ਜਿਹੜੀ ਐਂਟਰੈਂਸ ਹੈ, ਜਿਹੜੀ ਉੱਥੇ ਤੁਸੀਂ ਦਾਖਲ ਹੁੰਨੇ ਆ, ਉਹਦੇ ਤੇ ਹੀ ਜਿਹੜਾ ਆ ਉਹ ਕੁੱਲ ਮਿਲਾ ਕੇ ਕਹਿ ਲਿਆ ਜਾਵੇ ਕਿ ਪਹਿਲਾ ਕੁਹਾੜਾ ਜਿਹੜਾ ਆ ਉਹ ਇਤਿਹਾਸ ਦੇ ਉੱਤੇ ਮਾਰਿਆ ਗਿਆ ਤਬਦੀਲੀਆਂ ਕਰਕੇ। ਤੇ ਉਹਦੇ ਤੋਂ ਬਾਅਦ ਜਦੋਂ ਆਪਾਂ ਥੋੜਾ ਜਿਹਾ ਅੱਗੇ ਪੈਰ ਧਰਾਵਾ ਕਰਦੇ ਆ ਤੇ ਪੈਰ ਧਰਾਵਾ ਕਰਦੀ ਇੱਕ ਉਹ ਪਹਿਲਾਂ ਪੁਆਇੰਟ ਹੋਇਆ ਕਰਦਾ ਸੀ, ਤ੍ਰਿਭੁਜ ਜਿਹਾ ਬਣਾਇਆ ਹੋਇਆ ਸੀਗਾ ਜਿੱਥੇ ਜਨਰਲ ਡਾਇਰ ਨੇ ਖੜੇ ਹੋ ਕੇ ਗੋਲੀ ਚਲਾਉਣ ਦਾ ਆਰਡਰ ਦਿੱਤਾ ਸੀਗਾ। ਤੇ ਘੱਟੋ ਘੱਟ ਜਿਹੜਾ ਆਉਂਦਾ ਸੀ ਬੰਦਾ ਉੱਥੇ ਰੁਕਦਾ ਸੀ, ਪੜਦਾ ਸੀ, ਦੇਖਦਾ ਸੀ ਕਿ ਅੱਛਾ ਇੱਥੇ ਜਨਰਲ ਡਾਇਰ ਖੜਾ ਹੋਇਆ ਹੋਊਗਾ। ਤੇ ਹੁਣ ਤੇ ਉਹਨੂੰ ਸਮਤਲ ਕਰ ਦਿੱਤਾ, ਲੋਕ ਉੱਦਾਂ ਹੀ ਨਿਕਲ ਜਾਂਦੇ। ਹਾਂ ਬਿਲਕੁਲ ਜੀ, ਉਹ ਆਪ ਜਾ ਕੇ ਦੇਖ ਕੇ ਆਏ ਆ। ਉਹ ਜਿਹੜੀ ਉੱਚੀ ਥਾਂ ਸੀ ਨਾ, ਇੱਕ ਫਾਇਰਿੰਗ ਪੁਆਇੰਟ ਸੀ, ਫਾਇਰਿੰਗ ਸਪੌਟ ਸੀ ਜਿਹੜੀ ਬਣੀ ਹੋਈ, ਉੱਚੀ ਥੜੀ ਸੀ, ਉੱਥੇ ਥੜੀ ਉਸੇ ਤਰ੍ਹਾਂ ਬਣਾ ਕੇ ਉਹਦੇ ਉੱਤੇ ਲਿਖਿਆ ਹੋਇਆ ਸੀ, ਉਹ ਮੇਟ ਦਿੱਤੀ ਗਈ ਆ। ਬਿਲਕੁਲ ਗਰਾਊਂਡ ਲੈਵਲ ਤੇ, ਫਰਸ਼ ਦੇ ਲੈਵਲ ਦੇ ਉੱਤੇ ਲਿਆ ਕੇ ਇੱਕ ਮਾਰਕਿੰਗ ਜੀ ਕਰਕੇ ਖਾਨਾ ਪੂਰਤੀ ਕਰ ਦਿੱਤੀ ਆ। ਇਹ ਉਹ ਥਾਂ ਹੈ ਜਿੱਥੋਂ ਫਾਇਰਿੰਗ ਕੀਤੀ ਗਈ ਸੀ, ਹੈ ਨਾ। ਉਹਦਾ ਕੋਈ ਮਤਲਬ ਨਹੀਂ। ਉਹ ਤੁਰੇ ਜਾਂਦੇ ਲੋਕਾਂ ਦੇ ਕਰਾਊਡ ਤੇ ਭੀੜ, ਜਿਹੜੇ ਦਰਸ਼ਕ ਸੀ ਦੇਖਿਆ, ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਿਹੜੀ ਥਾਂ ਸੀ ਕਿਹੜੀ ਨਹੀਂ ਸੀ। ਜੇ ਤੁਹਾਨੂੰ ਕੋਈ ਇੱਕ ਇਮੇਜ ਬਿਲਡ ਹੋਇਆ ਹੈ ਮਿਲਦਾ ਤਾਂ ਉਹ ਇੱਕ ਤੁਹਾਡੇ ਸਾਹਮਣੇ ਇੱਕ ਪਿਕਚਰ ਕ੍ਰੀਏਟ ਕਰਦਾ, ਮਨ ਦੇ ਉੱਤੇ ਤੁਹਾਡੀ ਇਮੇਜ ਕ੍ਰੀਏਟ ਕਰਦਾ, ਉਹ ਸਾਰੀ ਪਾਸੇ ਕਰ ਦਿੱਤੀ ਆ। ਔਰ ਤੀਸਰੀ ਗੱਲ, ਜਿਉਂ ਹੀ ਆਪਾਂ ਐਂਟਰ ਹੁੰਨੇ ਆ, ਹਾਲ ਦੀ ਘੜੀ ਤਾਂ ਉੱਥੇ ਕੱਪੜਾ ਦਿੱਤਾ ਹੋਇਆ। ਉਹਨਾਂ ਨੂੰ ਇਹ ਆ ਕਿ ਸ਼ਾਇਦ ਲੋਕਾਂ ਦੀ ਅੱਖ ਦੇ ਉੱਤੇ ਵੀ ਕੱਪੜਾ ਦਿੱਤਾ, ਬੁਰਕਾ ਦਿੱਤਾ ਜਾ ਸਕਦਾ, ਫਿਰ ਵੀ ਵੇਖਣ ਵਾਲੀ ਅੱਖ ਤਾਂ ਵੇਖ ਹੀ ਲੈਂਦੀ ਆ। ਸੋ ਇਤਿਹਾਸ ਦੀ ਅੱਖ ਨੂੰ ਤਾਂ ਨਾਲੇ ਚੁੱਭਣਾ, ਉਹਨੂੰ ਜਿਹੜਾ ਖਾਮੋਸ਼ ਕਰਨਾ ਬਹੁਤ ਔਖਾ ਹੁੰਦਾ। ਉਹ 8 ਮਸ਼ੀਨਾਂ ਨੇ, 8 ਮਸ਼ੀਨਾਂ ਲੱਗ ਚੁੱਕੀਆਂ ਨੇ। ਇਸ ਮੌਕੇ ਕੋਈ ਟਿਕਟ ਨਹੀਂ ਕੱਟੀ ਜਾਂਦੀ, ਇਸ ਮੌਕੇ ਉਹ ਹਾਈਡ ਨੇ, ਛੁਪੀਆਂ ਹੋਈਆਂ ਨੇ। ਅਗਲੇ ਦਿਨਾਂ 'ਚ ਉਹ ਪੂਰੀ ਤਿਆਰੀ ਹੈ। ਇਹਦਾ ਕੀ ਮਤਲਬ ਹੈ? ਕੀ ਮਤਲਬ ਹੈ ਇਸ ਗੱਲ ਦਾ ਕਿ ਐਂਟਰੀ ਜਿਹੜੀ ਅਗਲੇ ਦਿਨਾਂ ਦੇ ਵਿੱਚ ਉਹ ਵਿਦ ਫੀਸ ਹੋਊਗੀ। ਜੇ ਐਂਟਰੀ ਫੀਸ ਆ ਤਾਂ ਇਹਦਾ ਮਤਲਬ ਕੀ ਇਹਦੇ ਪਿੱਛੇ ਕੋਈ ਅਜਿਹਾ ਏਜੰਡਾ ਵੀ ਛੁਪਿਆ ਹੈ, ਜਿਵੇਂ ਜਲਿਆਂਵਾਲਾ ਬਾਗ 90 ਸਾਲਾ ਲੀਜ਼ ਦੇ ਉੱਤੇ ਦੇ ਦਿੱਤਾ ਗਿਆ। ਇਸੇ ਤਰੀਕੇ ਦੇ ਨਾਲ ਕੁਝ ਕੰਪਨੀਆਂ ਨੂੰ ਉੱਥੋਂ ਦੇ ਕੰਮ ਦਿੱਤੇ ਗਏ ਨੇ ਜਿਨ੍ਹਾਂ ਨੇ ਉੱਥੇ ਟਿਕਟਾਂ ਲਾਉਣੀਆਂ ਨੇ। ਅਗਲੇ ਦਿਨਾਂ ਦੇ ਵਿੱਚ ਟਿਕਟ ਲੱਗੂਗੀ। ਔਰ ਅੱਜ ਜਿੱਦਾਂ ਲਾਲ ਕਿਲੇ ਦੀ ਸਾਂਭ ਸੰਭਾਲ ਦੇ ਦਿੱਤੀ ਗਈ, ਪ੍ਰਾਈਵੇਟ ਦਿੱਤੀ ਗਿਆ, ਉਸੇ ਤਰੀਕੇ ਦਾ ਇਹਨਾਂ ਦਾ ਇੱਕ ਤਿਆਰੀ ਲੱਗਦੀ ਆ। ਸੋ ਅੱਜ ਦੇ ਸਮੇਂ ਦੇ ਅੰਦਰ ਆਪਣੇ ਕੌਮੀ ਇਤਿਹਾਸ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਲਹੂ ਰੱਤੀ ਉਸ ਮਿੱਟੀ ਨੂੰ ਸਿਜਦਾ ਕਰਨ ਵਾਸਤੇ ਵੀ ਤੁਹਾਨੂੰ ਇੱਕ ਟਿਕਟ, ਇੱਕ ਟੋਲ ਪਲਾਜ਼ੇ ਦੇ ਵਿੱਚ ਦੀ ਹੋ ਕੇ ਲੰਘਣਾ ਪਊਗਾ। ਸੋ ਇਹ ਮੜਿਆ ਜਾ ਰਿਹਾ। ਔਰ ਕਮਾਲ ਦੀ ਗੱਲ ਇਹ ਆ ਵੀ ਉਸ ਤੋਂ ਜਿਉਂ ਹੀ ਆਪਾਂ ਥੋੜ੍ਹਾ ਅੱਗੇ ਜਾਂਦੇ ਹਾਂ ਤਾਂ ਲੈਫਟ ਹੈਂਡ ਸਾਈਡ ਤੋਂ ਅੱਗੇ ਆਪਾਂ ਖੂਹ ਵਾਲੀ ਜਗ੍ਹਾ 'ਤੇ ਪਹੁੰਚਦੇ ਹਾਂ। ਅਤੇ ਖੂਹ ਵਾਲੀ ਜਗ੍ਹਾ ਤੋਂ ਪਹਿਲੀ ਨਜ਼ਰ ਇਹ ਹੁੰਦੀ ਸੀ ਵੀ ਯਾਰ ਜੋਤੀ ਦੇਖੀਏ ਕਿੱਥੇ ਆ, ਅਮਰ ਜੋਤੀ ਕਿੱਥੇ ਆ। ਉਹ ਅਮਰ ਜੋਤੀ ਜਿਹੜੀ ਹੈ ਪਹਿਲੀ ਜਗ੍ਹਾ ਤੋਂ, ਜਿੱਥੇ ਤੁਹਾਨੂੰ ਐਂਟਰੀ ਤੋਂ ਜਦੋਂ ਗਲੀ ਪਾਰ ਕਰ ਜਾਂਦੀ, ਰਾਈਟ ਹੈਂਡ ਸਾਈਡ 'ਤੇ ਇੱਕਦਮ ਦਿਖਾਈ ਦਿੰਦੀ, ਅਗਲੇ ਉਹਨੂੰ ਸਿਜਦਾ ਕਰਦੇ ਸੀਗੇ, ਜੋਤੀ ਜਗਦੀ ਆ, ਉਹਨੂੰ ਸਲਾਮ ਕਰਕੇ ਅੱਗੇ ਜਾਂਦੇ ਸੀ ਲੋਕ। ਉਹਨੂੰ ਬਿਲਕੁਲ ਆਪਣੀ ਨਜ਼ਰ ਤੋਂ ਬਹੁਤ ਅੱਗੇ ਸਾਈਡ ਦੇ ਉੱਤੇ, ਰਾਈਟ ਹੈਂਡ ਸਾਈਡ 'ਤੇ ਕਾਫੀ ਦੂਰ ਅੱਗੇ ਲਿਜਾ ਕੇ ਰੀਐਸਟੈਬਲਿਸ਼ ਕਰ ਦਿੱਤਾ ਗਿਆ, ਦੁਬਾਰਾ ਰੱਖ ਦਿੱਤਾ ਗਿਆ। ਜਿਹੜੀ ਜੋਤੀ ਬਲਦੀ ਉਹਦੇ ਹੇਠਾਂ ਬਹੁਤ ਵੱਡਾ ਜਿਹੜਾ ਇੱਕ ਲੋਗੋ ਲੱਗਿਆ ਹੈ, ਉਹ 'ਤੇ ਲਿਖਿਆ ਇੰਡੀਅਨ ਆਇਲ, ਇੰਡੀਅਨ ਆਇਲ ਲਿਖਿਆ ਹੈ ਉਹਦੇ ਉੱਤੇ। ਕਮਾਲ ਦੀ ਗੱਲ ਹੈ।
ਇੰਡੀਅਨ ਆਇਲ ਸ਼ਹੀਦਾਂ ਦਾ ਖੂਨ ਬਲ ਰਿਹਾ। ਇਸ ਹਕੂਮਤ ਦੇ ਕੋਲੇ, ਇੱਥੋਂ ਦੇ ਸਿਸਟਮ ਦੇ ਕੋਲੇ ਉਹਨਾਂ ਨੂੰ ਸਿਜਦਾ ਕਰਨ ਦਾ ਇਹ ਤਰੀਕਾ ਕਿ ਉਹਦੇ ਨਾਲ ਵੀ ਐਡਵਰਟਾਈਜ਼ਮੈਂਟ ਤੇ ਉਹ ਵੀ ਪ੍ਰਾਈਵੇਟਾਈਜੇਸ਼ਨ ਦਾ ਉਹ ਇੱਕ ਆਉਣ ਵਾਲੇ ਸਮਿਆਂ ਦੇ ਅੰਦਰ ਇੱਕ ਨੰਬਰ ਦੇ ਉੱਤੇ ਲਗਾਇਆ ਗਿਆ। ਅੱਛਾ, ਇਹਦਾ ਮਤਲਬ ਇਹ ਵੀ ਹੋ ਗਿਆ ਜਦੋਂ ਆਪਾਂ ਸੰਕੇਤਕ ਤੌਰ ਤੇ ਦੇਖਦੇ ਹਾਂ, ਸਾਨੂੰ ਤਾਂ ਉਹ ਅਮਰ ਜੋਤੀ ਲੱਗਦੀ ਸੀ ਕਿ ਸ਼ਹੀਦਾਂ ਦਾ ਖੂਨ ਬਲਦਾ ਪਿਆ, ਉਹ ਉਹਨਾਂ ਬਲਦਾ ਪਿਆ, ਤੇ ਜਦੋਂ ਇੰਡੀਅਨ ਆਇਲ ਲਿਖਿਆ ਇਹਦਾ ਮਤਲਬ ਤੇਲ ਬਲਦਾ ਪਿਆ ਉਧਰਲੇ ਪਾਸੇ ਸਰਕਾਰ ਦਾ। ਤੇਲ ਬਲਦਾ। ਇੰਡੀਅਨ ਆਇਲ ਦਾ ਖਿਆਲ ਰੱਖੋ। ਨਾਲੇ ਜਦੋਂ ਤੁਸੀਂ ਜਾਂਦੇ ਆਉਂਦੇ ਹੋ, ਤੁਸੀਂ ਜਿਹੜੀ ਸ਼ਹੀਦਾਂ ਦੀ ਥਾਂ ਨੂੰ ਥੋੜਾ ਬਹੁਤਾ ਉਹਨੇ ਕੋਈ ਡੋਨੇਟ ਕੀਤਾ ਹੋਊਗਾ ਉੱਥੇ, ਇਸ ਕਰਕੇ ਜੇ ਜਾਂਦੇ ਕਰਦੇ ਚੰਗੀ ਗੱਲ ਹੈ। ਜੇ ਤੁਸੀਂ ਆਪਣੀ ਗੱਡੀ 'ਚ ਤੇਲ ਤੂਲ ਪਾਉਣਾ ਤਾਂ ਥੋੜ੍ਹਾ ਜਿਹਾ ਤੁਸੀਂ ਵੀ ਖਿਆਲ ਰੱਖੋ ਇੰਡੀਅਨ ਆਇਲ ਵਾਲਾ ਪੈਟਰੋਲ ਪੰਪ ਕਿੱਥੇ ਆਉਂਦਾ ਹੈ। ਹੋਰ ਮੈਂ ਇੱਕ ਨੁਕਤਾ ਹੋਰ, ਆਪਾਂ ਛੋਟੇ ਛੋਟੇ ਨੁਕਤੇ ਜਿਹੜੇ ਬਦਲੇ ਗਏ ਉਹਨਾਂ ਦੀ ਗੱਲ ਕਰਕੇ ਉਹਦੇ ਤੋਂ ਬਾਅਦ ਥੋੜਾ ਜਿਹਾ ਡਿਟੇਲ ਵੀ ਗੱਲ ਕਰਨੀ ਹੈ ਕਿ ਇਹ ਜਾਂਦੀ ਕਿੱਧਰਲੇ ਪਾਸੇ ਨੂੰ ਕਹਾਣੀ। ਖੂਹ ਜੀ, ਉਹ ਖੂਹ ਜਿਹਦੇ ਵਿੱਚ ਹਜ਼ਾਰਾਂ ਲੋਕਾਂ ਨੇ ਛਾਲਾਂ ਇਸ ਕਰਕੇ ਮਾਰੀਆਂ ਸੀਗੀਆਂ ਕਿ ਸ਼ਾਇਦ ਸਾਡੀ ਇਸ ਖੂਹ ਦੇ ਵਿੱਚ ਛਾਲ ਮਾਰਨ ਦੇ ਨਾਲ ਜਾਨ ਬਚ ਸਕਦੀ ਹੈ, ਅੰਗਰੇਜ਼ ਦੀ ਗੋਲੀ ਤੋਂ ਬਚ ਡਾਇਰ ਦੀ ਗੋਲੀ ਤੋਂ ਬਚ ਪਰ ਉਹ ਖੂਹ ਜਿਹੜਾ ਸੀਗਾ ਉਹ ਵੀ ਇਹਨਾਂ ਲੋਕਾਂ ਨੂੰ ਨਿਵਾਲਾ ਬਣਾ ਜਾਂਦਾ ਆਪਣਾ। ਔਰ ਉਹ ਖੂਹ ਨੂੰ ਪਹਿਲਾਂ ਜਿਸ ਤਰੀਕੇ ਨਾਲ ਬਣਾਇਆ ਸੀ, ਉਸ ਖੂਹ ਨੂੰ ਬਣਾ ਕੇ ਉੱਪਰ ਇੱਕ ਚਬੂਤਰਾ ਬਣਾਇਆ ਸੀ, ਚਬੂਤਰੇ ਦੇ ਉੱਤੇ ਇੱਕ ਕ੍ਰਾਸ ਬਣਾਇਆ ਸੀਗਾ। ਇੱਦਾਂ ਲੱਗਦਾ ਸੀ ਜਿੱਦਾਂ ਇੰਗਲੈਂਡ ਦੀ ਮਹਾਰਾਣੀ ਜਿਹੜੀ ਉਹ ਲਾਸ਼ਾਂ ਦੇ ਢੇਰ ਦੇ ਉੱਤੇ ਬੈਠੀ ਹੈ, ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ। ਹੁਣ ਤਾਂ ਉਹ ਸਾਰਾ ਮਲੀਆਮੇਟ ਕਰਕੇ ਸ਼ੀਸ਼ਾ ਲਾ ਦਿੱਤਾ ਗਿਆ। ਮਲੀਆਮੇਟ ਕਰਕੇ ਲਾਤਾ, ਸਿਰਫ ਸ਼ੀਸ਼ਾ ਹੀ ਨਹੀਂ ਲਾਇਆ, ਉਹਦੀ ਹਾਈਟ ਤੇ ਹਾਈਟ ਇੰਨੀ ਆ ਵੀ ਮੇਰਾ 5 ਫੁੱਟ ਤੋਂ ਥੋੜਾ ਉੱਚਾ ਕਰਦਾ। ਮੇਰੇ ਵਰਗੇ ਬੰਦੇ ਨੂੰ ਅੱਡੀਆਂ ਚੁੱਕ ਚੁੱਕ ਕੇ ਮੈਂ ਦੇਖਿਆ ਕਿ ਹੇਠਾਂ ਖੂਹ ਕਿੱਥੇ ਆ, ਤੁਹਾਨੂੰ ਖੂਹ ਨਹੀਂ ਦਿਖਾਈ ਦਿੰਦਾ। ਇੱਕ ਜਿਹੜੀ ਉਹਨੇ ਖੌਫਨਾਕ ਇੱਕ ਦ੍ਰਿਸ਼ਟਾਂਤ ਚਿਤਰਣ ਤੁਹਾਡੇ ਮਨ ਦੇ ਵਿੱਚ ਉੱਭਰਨਾ ਸੀਗਾ, ਉਹ ਫਿਰ ਉੱਭਰਨਾ ਸੀ। ਇਹਨਾਂ ਨੂੰ ਕੋਈ ਪੁੱਛੇ ਭਲੇ ਮਾਨਸੋ, ਜਿਹੜੀਆਂ ਮੂਰਤੀਆਂ ਤੁਸੀਂ ਗਲੀ ਦੀ ਐਂਟਰੀ ਤੇ ਬਣਾਈਆਂ ਨੇ, ਜੇ ਤੁਹਾਡੇ ਕੋਲ ਇੰਨਾ ਹੀ ਪੈਸਾ ਜੀ, ਜੇ ਤੁਹਾਡੀ ਓਨੈਸਟੀ ਤੇ ਤੁਹਾਡਾ ਉਹ ਸਰੋਕਾਰ ਉਹਨਾਂ ਸ਼ਹੀਦਾਂ ਨਾਲ ਹੁੰਦਾ ਤਾਂ ਖੂਹ ਦੇ ਵਿੱਚ ਛਾਲਾਂ ਮਾਰਦੇ ਉਹਨਾਂ ਲੋਕਾਂ ਦੇ ਇਮੇਜ, ਖੂਹ ਦੇ ਬਾਟਮ ਤੇ ਪਈਆਂ ਡੈੱਡ ਬੋਡੀਆਂ, ਇੱਕ ਦੂਜੇ ਉੱਤੇ ਡਿੱਗਿਆ ਪਿਆ ਖੂਹ ਭਰਿਆ ਹੋਇਆ ਇਸ ਤਰੀਕੇ ਦਾ ਫੱਟੜਾਂ ਤੇ ਮੁਰਦਾਂ ਦੇ ਲੋਕਾਂ ਦੇ ਨਾਲ, ਔਰ ਉਹਦੇ ਵਿੱਚ ਇਸ ਤਰ੍ਹਾਂ ਦਾ ਲਾਈਟ ਐਂਡ ਸਾਊਂਡ ਦਾ ਸਿਸਟਮ, ਜਿਹੜੀਆਂ ਉੱਥੇ ਆਵਾਜ਼ਾਂ ਆਉਂਦੀਆਂ ਇਸ ਕਿਸਮ ਦੀਆਂ ਕਿ ਕੀ ਹੋਇਆ, ਜਿਹੜਾ ਕਰੁਣਾਮਈ ਦ੍ਰਿਸ਼ ਹੈ ਉਹਦੇ ਵਿੱਚ ਉੱਭਰ ਕੇ ਸਾਹਮਣੇ ਆਉਂਦਾ। ਉਹਦੀ ਬਜਾਏ ਇਸ ਤਰ੍ਹਾਂ ਦਾ ਬਣਾ ਦਿੱਤਾ ਵੀ ਤੁਹਾਨੂੰ ਬਹੁਤ ਗੌਰ ਨਾਲ ਯਤਨ ਕਰਕੇ ਦੇਖਣਾ ਪੈਂਦਾ ਹੈ ਕਿ ਇੱਕ ਦੂਜੇ ਨੂੰ ਦੱਸ ਦਿਆ ਲੋ ਕਿ ਉਹ ਥਾਂ ਨਾ ਜਿੱਥੇ ਖੂਹ ਸੀ, ਕਿ ਤੁਹਾਨੂੰ ਇੱਕਦਮ ਤੁਹਾਡਾ ਵਿਜ਼ੀਬਿਲਿਟੀ ਉਹਦੀ ਜਿਹੜੀ ਆ ਉਹ ਵਿਜ਼ੀਬਿਲਿਟੀ ਤੁਹਾਡੀ ਅੱਖ ਦੇ ਪਹਿਲ ਪ੍ਰਥਮੇ ਨਜ਼ਰ ਤੋਂ ਉੱਲੇ ਹੋ ਗਈ ਹੈ ਉਹਦੇ ਨਾਲ ਔਰ ਉਹ ਇਸ ਕਿਸਮ ਦਾ ਉਹਨੂੰ ਬਣਾਇਆ ਗਿਆ। ਔਰ ਉਸ ਤੋਂ ਕਹਾਂ ਇੱਕ ਮਹੱਤਵਪੂਰਨ ਗੱਲ ਜਿਹੜੀ ਆ ਉਹ ਇਹ ਹੈ ਕਿ ਜਿਹੜੀ ਟੋਟਲ ਬਾਗ ਦਾ ਜਿਹੜਾ ਘਾਹ ਪਾਰਕ ਬਣਾ ਦਿੱਤਾ ਗਿਆ, ਔਰ ਘਾਹ ਪਾਰਕ ਦੇ ਵਿੱਚ ਜਿਹੜੀ ਹੈਗੇ ਆ ਇੱਕ ਰੇਲਿੰਗ ਇਸ ਤਰ੍ਹਾਂ ਦੀ ਕਰੀ ਆ ਤੇ ਕੁਝ ਥਾਵਾਂ ਛੱਡ ਦਿੱਤੀਆਂ ਸੈਰ ਕਰਨ ਵਾਸਤੇ, ਪਾਰਕਿੰਗ ਲਈ ਹੋਈ ਆ। ਜਿਹੜਾ ਇਹ ਘਾਹ ਪਾਰਕ ਸੀ, ਜੇ ਤੁਸੀਂ ਜਾ ਕੇ ਬ੍ਰਿਟਿਸ਼ ਦੇ ਈਵਨ ਹੋਰਾਂ ਥਾਵਾਂ ਦੇ ਮਿਊਜ਼ੀਅਮ ਦੇਖਣੇ ਹੋਣ, ਇਹ ਘਾਹ ਪਾਰਕ ਤਾਂ ਨਹੀਂ ਸੀ, ਇੱਕ ਬਾਗ ਸੀ, ਬੀਆਬਾਨ ਸੁੰਨਮਸਾਨ ਜਿਹਾ ਬਾਗ ਸੀ, ਜਿਹੜਾ ਬਹੁਤ ਜ਼ਿਆਦਾ ਚਹਿਲ ਪਹਿਲ ਵਾਲਾ ਨਹੀਂ ਸੀਗਾ। ਜਦੋਂ ਲਾਸ਼ਾਂ ਦੇ ਢੇਰ ਲੱਗੇ ਨੇ, ਜਿਹੜੀਆਂ ਪਿਕਚਰਾਂ 'ਚ ਦਿਖਾਇਆ ਹੋਇਆ ਜਾਂਦਾ, ਉੱਥੇ ਦੇ ਵਿਜ਼ੂਅਲ ਬਿਲਡ ਹੁੰਦੇ ਆ। ਜੇ ਤੁਸੀਂ ਇਹਦੀ ਕੁਝ ਕੰਮ ਕਰਨ ਹੀ ਲੱਗੇ ਹੋ ਤਾਂ ਉੱਥੇ ਥਾਵਾਂ ਦੇ ਉੱਤੇ ਥੋੜ੍ਹੀ ਹੀ ਮਤਲਬ ਇਸ ਕਿਸਮ ਦਾ ਜਿਹੜਾ ਹੈਗਾ ਥੋੜ੍ਹੀਆਂ ਝਾੜੀਆਂ ਜਾਂ ਥੋੜ੍ਹੀ ਹੋਰ ਚੀਜ਼ਾਂ ਉਹਨਾਂ ਦੇ ਵਿੱਚ ਪਈਆਂ ਡੈੱਡ ਬੋਡੀਆਂ ਵਰਗੇ ਸਟੈਚੂ, ਇਹੋ ਜਿਹੀਆਂ ਮੂਰਤੀਆਂ ਬਣ ਸਕਦੀਆਂ ਸੀ ਕਿ ਅਗਲਾ ਇੱਕਦਮ ਰੁਕ ਕੇ ਦੇਖਿਆ ਕਰਦਾ ਕਿ ਬੰਦਾ ਤੜਫਦਾ ਪਿਆ, ਮਰਿਆ ਪਿਆ, ਫੱਟੜ ਪਿਆ, ਇਹ ਚੀਜ਼ ਹੋਣੀ ਸੀ। ਉਹ ਤਾਂ ਹੁਣ ਆਲੀਸ਼ਾਨ ਕਿਸਮ ਦਾ ਘਾਹ ਪਾਰਕ, ਜਿਹਦੇ ਵਿੱਚ ਫੀਲਿੰਗ ਤੁਹਾਨੂੰ ਇੱਕ ਇਤਿਹਾਸਿਕ ਇਬਾਦਤ ਗਾਹ ਦੀ ਥਾਂ ਦੇ ਉੱਤੇ ਇੱਕ ਸੈਰਗਾਹ, ਇੱਕ ਜਿਹੜੀ ਆ ਟੂਰਿਸਟ ਸਪੌਟ ਦੀ ਫੀਲਿੰਗ ਤੁਹਾਨੂੰ ਆਉਂਦੀ ਆ ਤੁਹਾਡੇ ਅੰਦਰ। ਉਹ ਜਿਹੜੀ ਭਿਆਨਕਤਾ, ਉਹ ਭਿਅੰਕਰਤਾ, ਉਹ ਜਿਹੜਾ ਇਸ ਕਿਸਮ ਦਾ ਵਹਿਸ਼ੀਆਨਾ ਚਿਹਰਾ ਕਿ ਸਾਡੇ ਲੋਕਾਂ ਦੀ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਆਵਾਜ਼ ਉਠਾਉਣ ਦਾ ਪੁਰਅਮਨ ਲੋਕਾਂ ਨੂੰ ਕੀ ਖਮਿਆਜਾ ਭੁਗਤਣਾ ਪਿਆ, ਉਹਦੇ ਵਿੱਚੋਂ ਪ੍ਰਭਾਵ ਨਹੀਂ ਦਿਸਦਾ। ਉਸ ਤੋਂ ਅੱਗੇ ਜਦੋਂ ਚੱਲਦੇ ਹਾਂ, ਅੱਗੇ 2 ਜਗ੍ਹਾ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਇਸ ਮੌਕੇ ਛੱਡੇ ਨੇ। ਐਡੀ ਵੱਡੀ ਫਾਇਰਿੰਗ ਦੇ ਵਿੱਚ ਸਿਰਫ ਇਦਾਂ ਨਹੀਂ ਸੀ ਕਿ ਸਿਰਫ 2 ਗਲੀਆਂ ਦੇ ਉੱਤੇ ਸੀ, ਬਾਕੀ ਸਾਰੀਆਂ ਨੂੰ ਸੁੰਦਰੀਕਰਨ ਦੇ ਨਾਂ ਦੇ ਉੱਤੇ ਇੱਕ ਛੋਟੀਆਂ ਨਿੱਕੀਆਂ ਇੱਟਾਂ ਦੇ ਨਾਲ ਇੰਨਾ ਕੁ ਸਜਾ ਦਿੱਤਾ ਗਿਆ, ਉੱਥੋਂ ਗੋਲੀਆਂ ਦੇ ਨਿਸ਼ਾਨ ਹੁਣ ਕੋਈ ਨਹੀਂ ਦਿਖਾਈ ਦਿੰਦੇ। ਹੇਠਾਂ ਤੋਂ ਭਰਤੀ ਇੰਨੀ ਚੁੱਕ ਦਿੱਤੀ ਗਈ ਆ ਕਿ ਹੇਠਾਂ ਵੀ ਲੋਕਾਂ ਦਾ ਕਹਿਣਾ ਸੀ ਕਿ ਨਿਸ਼ਾਨ ਥੱਲੇ ਆ ਗਏ। 2 ਜਗ੍ਹਾ ਤੇ ਨਿਸ਼ਾਨ ਰੱਖੇ ਨੇ, ਪਰ ਠੀਕ ਹੈ ਗੋਲੀਆਂ ਦੇ ਨਿਸ਼ਾਨ 2 ਜਗ੍ਹਾ ਤੇ ਰੱਖੇ ਹੋਏ ਨੇ, ਪਰ ਉਹਨਾਂ ਦਾ ਪਿਛਲਾ ਜਿਹੜਾ ਦੀਵਾਰ ਆ, ਜਿਹੜੀ ਦੀਵਾਰ ਤੁਹਾਨੂੰ 1919 ਦੀ ਲੁੱਕ ਦਿੰਦੀ, ਉਹਦੀ ਉਹ ਮੌਲਿਕਤਾ ਬਰਕਰਾਰ ਰਹਿੰਦੀ, ਉਹਦੀ ਬਜਾਏ ਉਹ ਇੱਕ ਆਲੀਸ਼ਾਨ ਵਧੀਆ ਕਿਸਮ ਦੀ ਕਰ ਦਿੱਤੀ ਆ। ਔਰ ਜਿਹਦੇ ਵਿੱਚ ਸਾਡਾ ਨੁਕਤਾ ਇੰਪੋਰਟੈਂਟ ਇਹ ਹੈ ਕਿ ਦੁਨੀਆ 'ਚ ਕਦੀ ਵੀ ਕਿਸੇ ਇਤਿਹਾਸ ਗਾਹ ਦਾ, ਹਿਸਟਰੀ ਦਾ ਸੁੰਦਰੀਕਰਨ ਕੀਤਾ ਹੀ ਨਹੀਂ ਜਾਂਦਾ।
ਫਿਰ ਇਤਿਹਾਸ ਤਾਂ ਇਤਿਹਾਸ ਰਹਿੰਦਾ ਹੀ ਨਹੀਂ। ਜੇ ਉਹਦਾ ਤੁਸੀਂ ਸੁੰਦਰੀਕਰਨ ਕੀਤਾ ਉਹ ਇਤਿਹਾਸ ਨਹੀਂ ਹੁੰਦਾ, ਉਹ ਤਾਂ ਫਿਰ ਤੁਹਾਡੇ ਲਈ ਅਮਿਊਜ਼ਮੈਂਟ ਪਾਰਕ ਤੁਸੀਂ ਬਣਾ ਕੇ ਧਰਤਾ। ਸਭ ਤੋਂ ਵੱਡੀ ਗੱਲ ਕਿ ਇਹ ਜਲਿਆਂਵਾਲਾ ਬਾਗ ਦਾ ਕਾਂਡ ਸੀ ਜਿਹੜਾ ਊਧਮ ਸਿੰਘ ਹੋਰਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਉਸ ਪੈਂਡੇ ਤੇ ਤੁਰਿਆ ਜਾਵੇ, ਜਿਹਦੇ ਪੈਂਡੇ ਦਾ ਅਖੀਰ ਜਿਹੜਾ ਸੀ ਉਹ ਮੌਤ ਹੀ ਲਗਭਗ ਸ਼ਹਾਦਤ ਹੀ ਤੁਹਾਨੂੰ ਮਿਲਦਾ ਸੀਗਾ। ਤੇ ਸ਼ਹੀਦ ਊਧਮ ਸਿੰਘ ਦੀ ਜਿਹੜੇ ਬੁੱਤ ਲਗਾਇਆ ਗਿਆ ਆ, ਉਹ ਬੁੱਤ ਦਾ ਜਿਹੜਾ ਢਾਂਚਾ ਆ, ਜਿਸ ਤਰੀਕੇ ਦਾ ਬੁੱਤ ਲਾਇਆ ਗਿਆ, ਜਿਸ ਤਰੀਕੇ ਨਾਲ ਹੱਥ ਅੱਡਿਆ ਹੋਇਆ ਦਿਖਾਇਆ ਗਿਆ, ਬਹੁਤ ਸਾਰੇ ਲੋਕ ਤਾਂ ਕਿੰਤੂ ਪਰੰਤੂ ਕਰਦੇ ਕਿ ਕਹਿੰਦੇ ਇਹ ਹੱਥ ਅੱਡਣ ਵਾਲੇ ਥੋੜੀ ਆ, ਇਹ ਹੱਥ ਤਾਂ ਦੁਸ਼ਮਣ ਨੂੰ ਹੱਥ ਦਿਖਾਉਣ ਵਾਲੇ ਆ। ਉਹਦੇ ਉੱਤੇ ਵੀ ਬੜਾ ਇਤਰਾਜ਼ ਜਤਾਇਆ ਗਿਆ ਕਿ ਇਤਿਹਾਸ ਤੋਂ ਵਿਰਵੇ ਲੋਕਾਂ ਨੇ ਬਣਾਇਆ ਉਹ ਬੁੱਤ। ਇਹ ਅਸਲ 'ਚ ਸਾਡੀ ਜੋ ਹਕੂਮਤਾਂ ਦੀ ਤਾਂ ਹੈ, ਇਹ ਸਾਡੇ ਉੱਪਰ ਵੀ ਇੱਕ ਸਵਾਲੀਆ ਨਿਸ਼ਾਨ ਹੈ। ਜਿਹੜੇ ਇਤਿਹਾਸ ਦੇ ਵਾਰਸ ਲੋਕ ਆ, ਚਿੰਤਕ ਲੋਕ ਨੇ, ਬੁੱਧੀਜੀਵੀ ਲੋਕ ਨੇ, ਵਿਦਵਾਨ ਲੋਕ ਨੇ, ਜਿਹੜੇ ਜਿਨ੍ਹਾਂ ਦਾ ਆਜ਼ਾਦੀ ਦੇ ਸੰਗਰਾਮ ਨਾਲ ਸਰੋਕਾਰ ਨੇ, ਜਿਨ੍ਹਾਂ ਨੇ ਸੰਭਾਲਣਾ ਹੈ, ਉਹਨਾਂ ਨੇ ਤਾਂ ਨਹੀਂ ਸੰਭਾਲਣਾ। ਇਹ ਨਾ ਜਸਵੀਰ ਭਾਜੀ, ਇਹ ਬੁੱਤ ਹੁਣ ਨਹੀਂ ਲਗਾਇਆ, ਇਹ 2018 ਦਾ ਲੱਗਿਆ ਹੋਇਆ, ਹੁਣ ਨਹੀਂ ਲੱਗਿਆ। ਇਹ 2018 ਦਾ ਲੱਗਿਆ ਹੋਇਆ। ਸਾਡੀ ਅੱਖ ਵੀ ਕਿੰਨੀ ਕੁ ਜਾਗਦੀ ਹੈ ਜੇ ਹਾਲੇ ਵੀ ਇਸ ਤਰ੍ਹਾਂ ਰਹਾਂਗੇ, ਅੱਧ ਸੁੱਤੇ ਜੇ ਰਹਾਂਗੇ ਨਾ, ਤੇ ਜੇ ਖੇਤ ਵੀ ਗਏ, ਜੰਗਲ ਵੀ ਗਏ, ਸਿੱਖਿਆ ਵੀ ਗਈ ਤੇ ਸਿਹਤ ਵੀ ਗਈ, ਪੀਣ ਵਾਲਾ ਪਾਣੀ ਵੀ ਗਿਆ ਤੇ ਬਿਜਲੀ ਵੀ ਗਈ, ਗੀਤ ਵੀ ਗਏ ਤੇ ਗਿੱਧੇ ਵੀ ਗਏ ਤੇ ਭੰਗੜੇ ਵੀ ਗਏ, ਮਾਂ ਬੋਲੀ ਵੀ ਗਈ, ਸਭ ਕੁਝ ਗਿਆ। ਇਹ ਸਾਡੇ ਉਣੀਂਦਰੇਪਣ ਨੇ ਸਾਨੂੰ ਬਹੁਤ ਕੁਝ ਦਿੱਤਾ। ਇਹ 2018 ਦਾ, ਔਰ ਉਹਦੇ ਹੇਠਾਂ ਲਿਖਿਆ ਹੋਇਆ ਇੰਟਰਨੈਸ਼ਨਲ ਕੰਬੋਜ਼ ਬਰਾਦਰੀ ਵੱਲੋਂ ਡੋਨੇਟ ਕੀਤਾ ਗਿਆ। ਪਹਿਲੀ ਗੱਲ, ਊਧਮ ਸਿੰਘ ਨੇ ਕਿਤੇ ਨਹੀਂ ਲਿਖਿਆ ਊਧਮ ਸਿੰਘ ਕੰਬੋਜ਼, ਠੀਕ ਆ, ਕੰਬੋਜ਼ ਬਰਾਦਰੀ 'ਚੋਂ ਪੈਦਾ ਹੋਇਆ। ਬਿਨਾਂ ਸ਼ੱਕ ਅਸੀਂ ਕੰਬੋਜ਼ ਬਰਾਦਰੀ ਦਾ ਸਤਿਕਾਰ ਕਰਦੇ ਹਾਂ, ਕੰਬੋਜ਼ ਬਰਾਦਰੀ ਨੂੰ ਵੀ ਇਹ 'ਤੇ ਮਾਣ ਹੋਣਾ ਸੁਭਾਵਿਕ ਆ, ਉਸ ਮਾਣ ਨੂੰ ਵੀ ਸਲਾਮ ਹੈ। ਪਰ ਊਧਮ ਸਿੰਘ ਪੌੜੀ ਚੜ੍ਹਦਾ ਮੁਹੰਮਦ ਸਿੰਘ ਆਜ਼ਾਦ ਬਣ ਚੁੱਕਿਆ। ਉਹ ਮੁਹੰਮਦ ਸਿੰਘ ਆਜ਼ਾਦ ਨੂੰ ਉਦੋਂ ਸ਼ਰਧਾਂਜਲੀ ਦਿੰਦੇ ਹੋਏ ਮੁਹੰਮਦ ਸਿੰਘ ਆਜ਼ਾਦ ਨੂੰ ਆਜ਼ਾਦ ਰਹਿਣ ਦੇਈਏ। ਅੱਛਾ, ਮੈਂ ਥੋੜਾ ਜਿਹਾ, ਤੁਸੀਂ ਮੁਹੰਮਦ ਸਿੰਘ ਆਜ਼ਾਦ ਦੀ ਗੱਲ ਕੀਤੀ ਆ, ਇਹਦੇ ਵਿੱਚ ਵੀ ਬਹੁਤ ਰਲੇਵੇਂ ਆ। ਕਈ ਜਗ੍ਹਾ ਤੇ ਰਾਮ ਮੁਹੰਮਦ ਸਿੰਘ ਆਜ਼ਾਦ ਵੀ ਕਰ ਦਿੱਤਾ, ਰਾਮ ਵੀ ਜੋੜ ਦਿੱਤਾ ਗਿਆ। ਔਰ ਊਧਮ ਸਿੰਘ ਹੋਰਾਂ ਦੀ ਖੁਦ ਹੀ ਇੱਕ ਗੱਲ ਸੀਗੀ, ਕਹਿਣਾ ਸੀਗਾ ਕਿ ਜਿਹੜਾ ਮੇਰਾ ਮੁਹੰਮਦ ਸਿੰਘ ਆਜ਼ਾਦ ਨਾਮ ਦੇ ਨਾਲ ਕੋਈ ਛੇੜਖਾਨੀ ਕਰੇਗਾ, ਮੇਰਾ ਭਾਵੇਂ ਆਪਣਾ ਕਿਉਂ ਨਾ ਹੋਵੇ, ਮੇਰਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ। ਇਹਦਾ ਮਤਲਬ ਕਿ ਇਹ ਸਾਰਾ ਕੁਝ ਅਸੀਂ ਆਪ ਹੀ ਉਹਨਾਂ ਦੇ ਦੁਸ਼ਮਣ ਬਣੇ ਹੋਏ ਆ। ਬਿਲਕੁਲ, ਇਹ ਸੋਚ ਸਮਝ ਕੇ ਕੀਤਾ ਜਾ ਰਿਹਾ। ਮੁਹੰਮਦ ਸਿੰਘ ਆਜ਼ਾਦ ਦੀਆਂ ਜਿੰਨੀਆਂ ਉਹਦੇ ਆਪਣੇ ਹਲਫੀਆ ਬਿਆਨ ਨੇ, ਜਿਹੜਾ ਉਹਦਾ ਸਟੇਟਮੈਂਟਸ ਨੇ, ਉਹਨਾਂ ਦੇ ਹੇਠਾਂ ਉਹਨਾਂ ਦੇ ਆਪ ਦੇ ਸਿਗਨੇਚਰਾਂ ਦੇ ਨਾਲ ਮੁਹੰਮਦ ਸਿੰਘ ਆਜ਼ਾਦ ਲਿਖਿਆ ਹੋਇਆ, ਕਿਤੇ ਰਾਮ ਨਹੀਂ ਲਿਖਿਆ ਹੋਇਆ। ਰਾਮ ਉੱਦਾਂ ਹੀ ਐਂਟਰ ਹੋ ਰਿਹਾ ਜਿਵੇਂ ਸਾਡੇ ਇੱਕ ਸਿੰਗਲ ਕਿਸਮ ਦੇ ਧਰਮ ਦੇ ਪਰਿਵਰਤਨ 'ਚ ਲਿਆਂਦਾ ਜਾ ਰਿਹਾ, ਜਿਵੇਂ ਸਾਡੀ ਸਿੱਖਿਆ ਦੀ ਨਵੀਂ ਨੀਤੀ 'ਚ, ਐਜੂਕੇਸ਼ਨ ਨਵੀਂ ਪਾਲਿਸੀ 'ਚ ਲਿਆਂਦਾ ਜਾ ਰਿਹਾ, ਜਿਸ ਤਰੀਕੇ ਦੇ ਨਾਲ ਜਿਹੜਾ ਰਾਮ ਮੰਦਿਰ ਦੇ ਨਾਂ 'ਤੇ ਲਿਆਂਦਾ ਗਿਆ, ਵੱਖ-ਵੱਖ ਮੰਦਿਰਾਂ ਦੇ ਨਾਂ 'ਤੇ ਲਿਆਂਦਾ ਗਿਆ, ਔਰ ਜਿਸ ਤਰੀਕੇ ਦੇ ਨਾਲ ਇੱਕ ਰਾਸ਼ਟਰ ਨੂੰ ਬਣਾਉਣ ਦੇ ਨਾਂ 'ਤੇ ਆ। ਔਰ ਜਸਵੀਰ ਭਾਜੀ, ਮੈਂ ਤੁਹਾਨੂੰ ਬਹੁਤ ਇੰਟਰਸਟਿੰਗ ਗੱਲ ਦੱਸਦਾ। ਤੁਸੀਂ 4 ਗੈਲਰੀਆਂ ਨੇ, ਚਾਰੇ ਗੈਲਰੀਆਂ ਦੇ ਵਿੱਚ ਜਿੰਨੇ ਵੀ ਵਿਜ਼ੂਅਲ ਚੱਲਦੇ ਨੇ, ਹਰੇਕ ਵਿਜ਼ੂਅਲ ਦੇ ਵਿੱਚ ਇੱਕ ਗੱਲ ਡੁੱਲ ਪੈਂਦੀ ਆ, ਸੁਭਾਵਿਕ ਬੰਦਿਆਂ ਨੂੰ ਬੜੀ ਵਧੀਆ ਵੀ ਲੱਗ ਸਕਦੀ ਆ। ਡੁੱਲ ਕੇ ਪੈਂਦੀ ਆ ਕਿ ਨੈਸ਼ਨਲਿਜ਼ਮ ਦਾ ਝੰਡਾ ਬੁਲੰਦ ਕਰਨ ਵਾਲੀ ਇਹ ਥਾਂ ਆ। ਹੁਣ ਨੈਸ਼ਨਲਿਜ਼ਮ ਦੀ ਪਰਿਭਾਸ਼ਾ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਵੱਲੋਂ, ਭਾਜਪਾ ਸਰਕਾਰ ਵੱਲੋਂ ਆ ਰਹੀ ਆ, ਉਹ ਨੈਸ਼ਨਲਿਜ਼ਮ ਹਿੰਦੂ ਰਾਸ਼ਟਰਵਾਦ ਦਾ ਨੈਸ਼ਨਲਿਜ਼ਮ ਹੈ। ਉਹ ਅਸਲ 'ਚ ਬਲਾਈਂਡ ਨੈਸ਼ਨਲਿਜ਼ਮ ਹੈ, ਉਹ ਅੰਧ ਰਾਸ਼ਟਰਵਾਦ ਹੈ। ਅਸਲ ਦੇ ਵਿੱਚ ਬਹੁਤ ਸਾਰੀਆਂ ਸੱਭਿਅਤਾਵਾਂ ਦਾ, ਬਹੁਤ ਸਾਰੀਆਂ ਬੋਲੀਆਂ ਦਾ, ਬਹੁਤ ਸਾਰੇ ਧਰਮਾਂ ਦਾ, ਬਹੁਤ ਸਾਰੇ ਫਿਰਕਾਂ ਦਾ, ਬਹੁਤ ਸਾਰੀਆਂ ਕੌਮੀਅਤਾਂ ਦਾ ਸੰਗਮ ਹੈ ਭਾਰਤ, ਔਰ ਮੂਲ ਵਾਸੀਆਂ ਦਾ ਭਾਰਤ ਹੈ ਇਹ। ਉਸ ਭਾਰਤ ਨੂੰ ਜਿਹੜਾ ਉਹਨੂੰ ਸੁੰਦਰੀਕਰਨ ਤੇ ਆਧੁਨਿਕੀਕਰਨ ਤੇ ਮਾਡਰਨਾਈਜੇਸ਼ਨ ਦੇ ਨਾਂ ਦੇ ਉੱਤੇ ਜਿਹੜੀ ਇਹ ਐਂਟਰੀ ਆ, ਬਹੁਤ ਗੰਭੀਰ ਕਿਸਮ ਦੀ ਐਂਟਰੀ ਆ। ਇੱਕ ਮੈਂ ਗੱਲ ਕਰਨੀ ਚਾਹੁੰਦਾ, ਤੁਹਾਡੇ ਗੱਲ ਕਰਦੇ ਨਾ ਮੇਰੇ ਜ਼ਿਹਨ ਦੇ ਵਿੱਚ ਗੱਲ ਆਈ। ਸਾਡੇ ਕੋਈ ਇੱਥੇ ਇਤਿਹਾਸਕ ਇਮਾਰਤ ਸਾਨੂੰ ਲੱਭਦੀ ਹੈ, ਕੋਈ ਪੁਰਾਤਨ ਇਮਾਰਤ ਲੱਭਦੀ ਹੈ, ਤੇ ਸਾਡੇ ਕੋਲ ਇੱਕ ਵਿਭਾਗ ਹੈਗਾ, ਪੁਰਾਤੱਤਵ ਵਿਭਾਗ। ਉਹ ਆਉਂਦਾ ਆ, ਉਹ ਸ਼ਰਤਾਂ ਆਇਦ ਕਰ ਜਾਂਦਾ ਕਿ ਕੋਈ ਵੀ ਬੰਦਾ ਇਹਦੇ ਨਾਲ ਛੇੜਖਾਨੀ ਨਹੀਂ ਕਰ ਸਕੇਗਾ। ਜਦੋਂ ਜਲਿਆਂਵਾਲੇ ਬਾਗ ਦੀ ਗੱਲ ਚੱਲਦੀ ਹੈ ਤੇ ਉਹ ਪੁਰਾਤੱਤਵ ਵਿਭਾਗ ਜਿਹਨੇ ਉਸ ਇਤਿਹਾਸ ਨੂੰ ਸਾਂਭਣਾ ਸੀ, ਕਿਉਂਕਿ ਉਹ ਸਾਰੀਆਂ ਚੀਜ਼ਾਂ ਸਾਂਭਣਾ ਵੀ ਕਿਤੇ ਨਾ ਕਿਤੇ ਉਹਦੀ ਜ਼ਿੰਮੇਵਾਰੀ ਬਣਦੀ ਹੈ, ਉਹਦੀ ਵੀ ਸ਼ਮੂਲੀਅਤ ਉੱਥੇ ਹੋ ਜਾਂਦੀ ਹੈ। ਤੇ ਕੀ ਪੁਰਾਤੱਤਵ ਵਿਭਾਗ ਨੇ ਜਦੋਂ 20 ਕਰੋੜ ਰੁਪਈਆ ਖਰਚ ਕੇ ਇਸ ਪਾਰਕ, ਹੁਣ ਤਾਂ ਪਾਰਕ ਹੀ ਮੂੰਹੋਂ ਨਿਕਲਦਾ, ਜਲਿਆਂਵਾਲੇ ਬਾਗ ਵਾਲੀ ਗੱਲ ਤਾਂ ਉਹ ਖਤਮ ਹੀ ਹੋ ਜਾਂਦੀ ਹੈ, ਇਹਦਾ ਨਵੀਨੀਕਰਨ ਕੀਤਾ ਕਿ ਉਸ ਪੁਰਾਤੱਤਵ ਵਿਭਾਗ ਨੇ ਨਹੀਂ ਕਿਹਾ ਸਰਕਾਰ ਨੂੰ ਕਿ ਆਹ ਚੀਜ਼ਾਂ ਛੇੜੀਆਂ ਜਾ ਸਕਦੀਆਂ, ਆਹ ਚੀਜ਼ਾਂ ਨਹੀਂ ਛੇੜੀਆਂ ਜਾ ਸਕਦੀਆਂ, ਇਹਦੇ ਨਾਲ ਮੌਲਿਕਤਾ ਖਤਮ ਹੁੰਦੀ ਹੈ।
ਬਹੁਤ ਹੀ ਮਹੱਤਵਪੂਰਨ ਸਵਾਲ ਹੈ ਜਸਵੀਰ ਜੀ ਤੁਹਾਡਾ। ਅਸਲ 'ਚ ਸਾਰਾ ਕੁਝ ਜਿਹੜਾ ਹੋ ਰਿਹਾ ਉਹ ਦੇਖ ਰੇਖ ਹੀ ਪੁਰਾਤੱਤਵ ਵਿਭਾਗ ਦੀ ਦੇਖ ਰੇਖ ਦੇ ਵਿੱਚ ਹੀ ਹੋ ਰਿਹਾ। ਇਸ ਮੌਕੇ ਜਲਿਆਂਵਾਲਾ ਬਾਗ ਆਰਕੀਓਲੋਜੀਕਲ ਡਿਪਾਰਟਮੈਂਟ ਨੂੰ ਵੀ ਦਿੱਤਾ ਹੋਇਆ ਹੈ ਔਰ ਪੁਰਾਤੱਤਵ ਵਿਭਾਗ ਦੇ ਅੰਡਰ ਹੀ ਕੰਮ ਹੋ ਰਿਹਾ। ਕਮਾਲ ਦੀ ਗੱਲ ਹੈ ਕਿ ਜਿਵੇਂ ਪਿਛਲੇ ਸਮੇਂ ਲੋਕ ਇਨਸਾਫ ਭਾਲਦੇ ਥਾਣੇ ਦੀ ਬਜਾਏ ਕਦੇ ਅਦਾਲਤ ਨੂੰ ਦੌੜਿਆ ਕਰਦੇ ਸੀ, ਹੁਣ ਜੇ ਕੁਝ ਥਾਣੇ ਤੋਂ ਕਸਰ ਰਹਿ ਗਈ ਹੋਵੇ ਉਹ ਪੂਰਾ ਅਦਾਲਤਾਂ ਕਰਦੀਆਂ ਨੇ। ਔਰ ਪੂਰੇ ਮੁਲਕ ਦੇ ਬੁੱਧੀਜੀਵੀਆਂ ਦੇ ਨਾਲ, ਲੇਖਕਾਂ ਨਾਲ, ਫਰੀडम ਆਫ ਸਪੀਚ ਦੇ ਨਾਲ ਜੋ ਕੁਝ ਵਾਪਰ ਰਿਹਾ ਤਾਂ ਉਹ ਕੋਰਟਾਂ 'ਚ ਵਾਪਰ ਰਿਹਾ। ਇੱਦਾਂ ਹੀ ਕਮਾਲ ਦੀ ਗੱਲ ਹੈ ਕਿ ਜਿਹੜਾ ਸੇਫਟੀ ਗਾਰਡ ਹੈ ਪੁਰਾਤੱਤਵ ਵਿਭਾਗ ਜਿਹਨੇ ਗੱਲ ਦੇ ਉੱਤੇ ਯਕੀਨ ਦਹਾਨੀ ਕਰਨੀ ਸੀ, ਇੱਕ ਪੈਰਵਾਈ ਕਰਨੀ ਸੀ ਕਿ ਇਹਦੇ ਨਾਲ ਇਹਦੀ ਹਿਸਟੋਰਿਸਿਟੀ, ਇਹਦੀ ਇਤਿਹਾਸਕਤਾ, ਇਹਦੀ ਮੌਲਿਕਤਾ, ਇਹਦੀ ਹੈਰੀਟੇਜ, ਇਹਦੀ ਵਿਰਾਸਤ, ਇਹਦਾ ਮੂਲ ਸਰੂਪ, ਉਹਦੇ ਨਾਲ ਕੋਈ ਜਰਾ ਜਿੰਨੀ ਵੀ ਛੇੜਖਾਨੀ ਨਾ ਹੋਵੇ। ਪੁਰਾਤੱਤਵ ਵਿਭਾਗ ਹੀ ਜਿੱਦਾਂ ਸੈਂਟਰ ਦੀ ਚਾਬੀ ਦੇ ਹੇਠਾਂ ਉਹਨਾਂ ਇੱਕ ਰਬੜ ਦੀਆਂ ਸਟੈਂਪਾਂ, ਬਹੁਤ ਸਾਰੇ ਅਜਿਹੇ ਅਦਾਰੇ ਜਿਹੜੇ ਨਿਰਵਿਵਾਦ ਅਦਾਰੇ ਹੁੰਦੇ ਸੀ, ਰਾਸ਼ਟਰਪਤੀ ਤੋਂ ਲੈ ਕੇ ਕੋਰਟਾਂ ਤੋਂ ਲੈ ਕੇ ਹੇਠਾਂ ਤੱਕ ਦੇ, ਉਹ ਨਿਰਵਿਵਾਦ ਅਦਾਰੇ ਜਿਨ੍ਹਾਂ ਦੇ ਨਾਂ ਦੇ ਉੱਤੇ ਅਸਲ 'ਚ ਡੈਮੋਕ੍ਰੇਸੀ ਦਾ, ਇਹਨਾਂ ਦੀ ਆਪਣੀ ਡੈਮੋਕ੍ਰੇਸੀ ਦਾ ਉਮਰ 'ਚ ਵਾਧਾ ਹੁੰਦਾ ਰਹਿੰਦਾ ਸੀ, ਉਹਨਾਂ ਦਾ ਵੀ ਇਹਨਾਂ ਨੂੰ ਘੁੰਡ ਚੁੱਕਣਾ ਪੈ ਰਿਹਾ। ਪੁਰਾਤੱਤਵ ਵਿਭਾਗ ਦਾ ਵੀ ਘੁੰਡ ਚੁੱਕਿਆ ਗਿਆ ਕਿ ਪੁਰਾਤੱਤਵ ਵਿਭਾਗ ਅਸਲ 'ਚ ਸਾਡੀ ਇਤਿਹਾਸਕਤਾ ਨੂੰ ਸਾਂਭਣ ਲਈ ਹੈ ਜਾਂ ਜਿਹੜੀਆਂ ਗਾਈਡਲਾਈਨਜ਼ ਮੋਦੀ ਹਕੂਮਤ ਦੀਆਂ ਨੇ ਉਹਨਾਂ ਗਾਈਡਲਾਈਨ ਦੇ ਅਨੁਸਾਰੀ ਹੀ ਉਹ ਕੰਮ ਕਰਨ ਵਾਸਤੇ ਵਾਧਾ ਆ, ਪਾਬੰਦ ਹੈ, ਉੱਦਾਂ ਹੀ ਉਹ ਕੰਮ ਕੀਤਾ ਜਾ ਰਿਹਾ। ਇੱਕ ਨਾ ਨਿੱਜੀ ਜਿਹਾ ਸਵਾਲ ਹੈ ਜੀ, ਇਹ ਹੋ ਨਹੀਂ ਸਕਦਾ ਕਿ ਅਮੋਲਕ ਸਿੰਘ ਹੋਰੀ ਜਲਿਆਂਵਾਲੇ ਬਾਗ ਦੇ ਵਿੱਚ ਪਹਿਲਾਂ ਕਦੀ ਨਾ ਗਿਆ ਹੋਵੇ। ਉਹ ਤਾਂ ਮੈਨੂੰ ਲੱਗਦਾ ਕਿ ਸਾਲ ਦੇ ਵਿੱਚ ਕਈ ਗੇੜੇ ਲੱਗ ਜਾਂਦੇ ਆ ਤੁਹਾਡੇ। ਜਦੋਂ ਨਵੀਨੀਕਰਨ ਤੋਂ ਬਾਅਦ ਪਹਿਲਾ ਕਦਮ ਪੈਰ ਧਰਾਵਾ ਕਰਦੇ ਹੋ, ਅੰਦਰ ਜਾ ਕੇ ਦੇਖਦੇ ਹੋ ਤੇ ਪਹਿਲੇ ਵਾਲੇ ਜਲਿਆਂਵਾਲੇ ਬਾਗ ਨੂੰ ਆਪਣੇ ਖਿਆਲਾਂ ਦੇ ਵਿੱਚ ਰੱਖਦੇ ਹੋ ਤੇ ਨਵੇਂ ਨੂੰ ਖਿਆਲਾਂ ਦੇ ਵਿੱਚ ਰੱਖਦੇ ਹੋ, ਕੀ ਮਨ ਦੇ ਵਿੱਚ ਆਉਂਦਾ? ਪਹਿਲੀ ਭਾਵਨਾ ਕਿਹੜੀ ਪੈਦਾ ਹੁੰਦੀ ਹੈ? ਕਿੱਦਾਂ ਦਾ ਮਹਿਸੂਸ ਹੁੰਦਾ ਹੈ? ਬਹੁਤ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਜਿਹੜਾ ਤੁਹਾਡੇ ਨਾਲ ਉੱਥੋਂ ਦੀ ਆਬੋ ਹਵਾ, ਉੱਥੋਂ ਦੀ ਭੂਗੋਲਿਕਤਾ, ਉੱਥੋਂ ਦੀ ਆਰਕੀਟੈਕਚਰ ਵਰਕ ਸਾਰਾ ਜਿਹੜਾ ਸੀ, ਜਾਂ ਉਹਦੀ ਜਿਹੜੀ ਪੁਰਾਤਨਤਾ ਔਰ ਉਹਦੀ ਮੌਲਿਕਤਾ ਜਿਹੜੀ ਤੁਹਾਨੂੰ ਝੰਜੋੜਦੀ ਸੀ ਤੇ ਤੁਹਾਡੇ ਤੇ ਜਿਹੜੀ ਆ ਅਨਸੰਗ ਅਣਗਾਇਆ ਗੀਤ ਗਾਉਂਦੀ ਸੀ ਤੁਹਾਡੇ ਮਨ ਦੇ ਵਿਹੜੇ 'ਚ, ਤੇ ਤੁਹਾਡੇ ਮਨ ਦੀ ਡਾਇਰੀ ਦੇ ਉੱਤੇ ਕੁਝ ਲਿਖਦੀ ਸੀ ਕਿ 1919 'ਚ ਇੱਥੇ ਕੀ ਵਾਪਰਿਆ ਸੀ, ਉਹ ਹੁਣ ਬਿਲਕੁਲ ਗਾਇਬ ਕਰ ਦਿੱਤਾ ਗਿਆ, ਪੂਰੀ ਤਰ੍ਹਾਂ ਦੇ ਨਾਲ ਗਾਇਬ ਕਰ। ਹੁਣ ਤੁਹਾਨੂੰ ਇੱਦਾਂ ਲੱਗਦਾ ਕਿ ਤੁਸੀਂ ਕਿਸੇ ਬਹੁਤ ਖੂਬਸੂਰਤ ਪਿਕਨਿਕ ਸਪੌਟ ਦੇ ਉੱਤੇ ਆਏ ਹੋ ਔਰ ਉਹਦੇ ਉੱਤੇ ਘੁੰਮ ਕੇ ਜਾ ਰਹੇ ਹੋ। ਤੁਹਾਡੇ ਸਰੀਰ ਦੇ ਵਿੱਚ ਕੋਈ ਝੁਣਝੁਣੀ ਉਹ ਨਹੀਂ ਛੇੜਦੀ ਉਹ ਚੀਜ਼ ਜਿਹੜੀ ਹੈਗੀ ਆ। ਇੱਕ ਇਹ ਵੀ ਕਿਹਾ ਜਾ ਸਕਦਾ ਕਿ ਜਿੱਥੇ ਜਾ ਕੇ ਮਰਸੀਏ ਦੀ ਆਵਾਜ਼ ਸਾਡੇ ਕੰਨਾਂ 'ਚ ਪੈਣੀ ਚਾਹੀਦੀ, ਉੱਥੇ ਸ਼ਹਿਨਾਈ, ਵਿਆਹ ਸ਼ਾਦੀਆਂ ਵਾਲੇ ਗੀਤਾਂ ਦੀ ਆਵਾਜ਼ ਪੈਣੀ ਸ਼ੁਰੂ ਹੋ ਗਈ। ਕੁਝ ਇਦਾਂ ਦੀਆਂ ਸਥਿਤੀਆਂ ਉੱਥੇ ਪੈਦਾ ਕਰ ਦਿੱਤੀਆਂ। ਹੁਣ ਉਹ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਬਹੁਤ ਨੁਕਤੇ ਤੁਸੀਂ ਚੁੱਕੇ ਕਿ ਆਹ ਤਬਦੀਲ ਕਰਤਾ, ਇਹਦੇ ਨਾਲ ਆਹ ਨੁਕਸਾਨ ਹੋਇਆ। ਯਾਦਗਾਰ ਹਾਲ ਕਮੇਟੀ ਜਾਂਦੀ ਹੈ ਉੱਥੇ, ਬਕਾਇਦਾ ਦੌਰਾ ਕਰਦੀ ਹੈ, ਉੱਥੇ ਮੁਲਾਕਾਤਾਂ ਵੀ ਕੀਤੀਆਂ ਜਾਂਦੀਆਂ ਸੰਬੰਧਿਤ ਲੋਕਾਂ ਦੇ ਨਾਲ, ਕੁਝ ਸੁਝਾਅ ਵੀ ਦਿੱਤੇ ਜਾਂਦੇ ਆ। ਉਹ ਕਮੇਟੀ ਜਿਹੜੀ ਆ ਤੁਹਾਡੇ ਸੁਝਾਵਾਂ ਨੂੰ ਕਿਸ ਤਰੀਕੇ ਨਾਲ ਲੈਂਦੀ? ਕੁਝ ਇਦਾਂ ਦੀ ਉਹਨਾਂ ਦੇ ਵੱਲੋਂ ਹਾਂ ਪੱਖੀ ਹੁੰਗਾਰੇ ਭਰੇ ਗਏ ਕਿ ਹਾਂ ਕੁਝ ਆਹ ਚੀਜ਼ਾਂ ਕੀਤੀਆਂ ਜਾ ਸਕਦੀਆਂ ਜਾਂ ਇਹਦੇ ਵਿੱਚ ਤਬਦੀਲੀਆਂ ਹੋ ਸਕਦੀਆਂ ਭਵਿੱਖ ਲਈ? ਜਸਵੀਰ ਜੀ, ਖਿਮਾ ਸਹਿਤ ਮੈਂ ਇਸ ਗੱਲ ਦੇ ਉੱਤੇ ਆਉਣਾ, ਪਰ ਉਹਨਾਂ ਘਰਾਂ ਦੇ ਵਿੱਚੋਂ, ਝੋਟਿਆਂ ਵਾਲੇ ਘਰੋਂ ਕਿੰਨੀ ਕੁ ਲੱਸੀ ਦੀ ਝਾਕ ਕੀਤੀ ਜਾ ਸਕਦੀ ਆ। ਤੁਸੀਂ ਦੇਖੋ ਕਿ ਉਹਦੇ ਅੰਦਰ ਜਿਹੜੀ ਗੈਲਰੀ ਆ, ਉਸ ਗੈਲਰੀ ਦੇ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਜੀ ਨੇ, ਉਹਨਾਂ ਦੀ ਵੱਡੀ ਫੋਟੋ ਲਗਾਈ ਹੈ। ਉਹ ਫੋਟੋ ਲਗਾਈ ਆ, ਗਾਰਡ ਆਫ ਆਨਰ ਲੈ ਰਹੇ ਨੇ ਉਹ ਫਸਟ ਵਰਲਡ ਵਾਰ ਮੌਕੇ 1914 ਤੋਂ 1918 ਤੱਕ ਜਿਹੜਾ ਚੱਲਿਆ ਸੀ। ਉਸ ਮੌਕੇ ਇਸ ਧਰਤੀ ਦੇ ਰਾਜਿਆਂ ਮਹਾਰਾਜਿਆਂ ਨੇ ਪੰਜਾਬ ਦੀ, ਭਾਰਤ ਦੀ, ਖਾਸ ਕਰਕੇ ਪੰਜਾਬ ਦੀ, ਸਾਂਝੇ ਪੰਜਾਬ ਦੇ ਖਿੱਤੇ ਦੀਆਂ ਗਰੀਬੀ ਦੀਆਂ, ਕਰਜ਼ੇ ਦੀਆਂ ਮਾਰੀਆਂ ਹੋਈਆਂ, ਭੁੱਖਾਂ ਨੰਗਾਂ ਤੇ ਕਾਲ ਦੀਆਂ ਮਾਰੀਆਂ ਹੋਈਆਂ ਮਾਵਾਂ ਦੇ ਪੁੱਤਾਂ ਨੂੰ ਟੋ ਕੇ ਜ਼ਬਰਦਸਤੀ ਭਰਤੀ ਕਰਕੇ ਲੈ ਕੇ ਗਿਆ ਸੀ ਅੰਗਰੇਜ਼। ਦੁਨੀਆ ਦੀ ਪਹਿਲੀ ਜੰਗ ਦੇ ਵਿੱਚ ਝੋਕੇ ਸੀ ਤੇ ਉਹਨਾਂ ਦੀਆਂ ਤੋਪਾਂ ਦੇ ਖਾਜਾ ਬਣੇ ਸੀਗੇ। ਉਹਨਾਂ ਤੋਂ ਗਾਰਡ ਆਫ ਆਨਰ ਲੈ ਰਿਹਾ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ। ਉਹਦੀ ਉਸ ਮੌਕੇ ਦੀ ਓਰੀਜਨਲ ਫੋਟੋ ਉੱਥੇ ਲਗਾਈ ਹੋਈ ਹੈ। ਭੁਪਿੰਦਰ ਸਿੰਘ ਹੋਰਾਂ ਦੀ, ਮਹਾਰਾਜਾ ਭੁਪਿੰਦਰ ਸਿੰਘ ਦੀ, ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਗ੍ਰੈਂਡਫਾਦਰ ਹੈ, ਦਾਦਾ ਜੀ ਆ, ਉਹ ਲਗਾਈ ਆ। ਕੀ ਤੁੱਕਾ ਹੈ? ਇੱਕ ਉਹ ਜਿਹੜੇ ਬ੍ਰਿਟਿਸ਼ ਸਾਮਰਾਜ ਦੀ ਹਮਾਇਤ ਕਰਨ ਵਾਲੇ ਨੇ, ਉਹਦੀ ਜੰਗ 'ਚ ਮਦਦ ਕਰਨ ਵਾਲੇ ਨੇ, ਉਹਨੂੰ ਭਰਤੀ ਦੇਣ ਵਾਲੇ ਨੇ, ਉਹਦੀ ਜੈ ਜੈਕਾਰ ਕਰਨ ਵਾਲੇ ਨੇ। ਇੱਕ ਬਰਤਾਨੀਆ ਸਰਕਾਰ ਜਲਿਆਂਵਾਲੇ ਬਾਗ ਦੇ ਵਿੱਚ ਕਾਂਡ ਰਚਦਾ ਹੈ। ਜਨਰਲ ਡਾਇਰ ਦਾ ਸਟੈਚੂ ਵੀ ਇਹਦੇ ਨਾਲ, ਫਿਰ ਉਹਦੇ ਊਧਮ ਸਿੰਘ ਦੇ ਨਾਲ ਹੀ ਲਾ ਲੈਣਾ ਸੀ। ਇਹ ਉਹੀ ਕੁਝ ਹੈ ਜਿਹੜੇ ਦੇਸੀ ਰਾਜਿਆਂ ਨੇ ਉਹਨਾਂ ਦੀ ਦੱਬ ਕੇ ਸੇਵਾ ਕੀਤੀ, ਉਹ ਉਹਨਾਂ ਦਾ ਕੁਝ ਆ। ਔਰ ਉਸ ਇਤਿਹਾਸ ਦੇ ਵਿੱਚ ਕਮਾਲ ਦੀ ਗੱਲ ਆ ਵੀ ਅਸੀਂ ਕੀ ਆਸ ਕਰਾਂਗੇ ਜਿਹੜਾ ਅਸੀਂ ਮੰਗ ਪੱਤਰ ਦੇ ਰਹੇ ਹਾਂ। ਉਹ ਤੋਂ ਪਹਿਲਾਂ ਜੇ ਦੇਖੀਏ ਤੁਸੀਂ ਥੋੜ੍ਹਾ ਜਿਹਾ ਤੁਸੀਂ ਅੱਗੇ ਜਾਂਦੇ ਹੋ, ਜਿਹੜੀ ਵੱਡੀ ਲਾਟ ਹੈ ਨਾ ਬਣੀ ਹੋਈ, ਉਸ ਲਾਟ ਦੇ ਕੋਲੇ ਉੱਥੇ ਇੱਕ ਫੁਆਰਾ ਚੱਲਦਾ ਹੁੰਦਾ ਸੀ ਤੇ ਉੱਥੇ ਇੱਕ ਹੇਠਾਂ ਪੂਰੀ ਇੱਕ ਜਗ੍ਹਾ ਬਣੀ ਸੀ ਜਿਹਦੇ ਵਿੱਚ ਬਿਊਟੀਫੁੱਲ ਇੱਕ ਕਲਰਫੁੱਲ ਲਾਈਟਾਂ ਪੈਂਦੀਆਂ ਸੀ ਪਾਣੀ ਦੇ ਡਿੱਗਣ ਨਾਲ।
ਉਹਦੇ ਵਿੱਚ ਜਸਵੀਰ ਜੀ ਕਮਲ ਦੇ ਫੁੱਲ ਲਾ ਦਿੱਤੇ ਆ। ਭਾਜਪਾ ਦਾ ਟ੍ਰੇਡਮਾਰਕ ਜਿਹੜਾ ਹੈਗਾ, ਭਾਜਪਾ ਦਾ ਚਿੰਨ੍ਹ ਲਗਾ ਦਿੱਤਾ, ਹੇਠਾਂ ਕਮਲ ਦੇ ਫੁੱਲ। ਕਮਲ ਦੇ ਫੁੱਲ ਤਾਂ ਗੰਦੀ ਥਾਂ ਤੇ ਛੱਪੜਾਂ 'ਚ ਹੁੰਦੇ ਆ ਬਹੁਤੇ ਸਾਰੇ। ਇਹ ਜਲ੍ਹਿਆਂਵਾਲੇ ਬਾਗ 'ਚ ਕਿੱਥੋਂ ਆ ਗਏ? ਜਲ੍ਹਿਆਂਵਾਲੇ ਬਾਗ 'ਚ ਕਮਲ ਦੇ ਫੁੱਲ ਹੀ ਸੁਝੇ ਨੇ। ਇਹ ਕੀ ਸਮਝਦੇ ਆ ਕਿ ਇੱਥੇ ਮਨੋਵਿਗਿਆਨ ਕਿਸੇ ਨੂੰ ਨਹੀਂ ਆਉਂਦਾ, ਕਿ ਇੱਥੇ ਇਤਿਹਾਸ ਕਿਸੇ ਨੂੰ ਨਹੀਂ ਵੇਖਣਾ ਆਉਂਦਾ, ਕਿ ਇਤਿਹਾਸ ਦੀ ਅੱਖ ਚੁੱਭੜੀ ਜਾ ਸਕਦੀ ਹੈ ਉਂਗਲ ਮਾਰ ਕੇ? ਇੱਦਾਂ ਨਹੀਂ ਹੋਣਾ ਹੈ। ਇਸ ਤਰ੍ਹਾਂ ਨਹੀਂ ਫੁੱਲ ਖਿੜਨੇ ਕਮਲ ਦੇ। ਤੇ ਫਿਰ ਯਾਦਗਾਰ ਹਾਲ ਕਮੇਟੀ ਅੱਗੇ ਕੀ ਸੋਚਦੀ ਹੈ? ਕਿਸ ਤਰੀਕੇ ਨਾਲ, ਕੀ ਇਹਦੇ ਬਾਰੇ ਕੋਈ ਲੜਾਈ ਵਿੱਢੀ ਜਾਏਗੀ, ਸੰਘਰਸ਼ ਵਿੱਢਿਆ ਜਾਏਗਾ, ਜਾਂ ਜੋ ਹੋ ਗਿਆ ਹੁਣ ਮਧੋਲਿਆ ਜਾਣਾ ਸੀ ਇਤਿਹਾਸ ਨੂੰ ਤਾਂ ਮਧੋਲ ਦਿੱਤਾ ਗਿਆ ਤੇ ਉਹਦੇ ਤੋਂ ਬਾਅਦ ਉਹਦੇ ਦੁਬਾਰਾ ਮੌਲਣ ਦੀ ਉਮੀਦ ਰੱਖਦੇ ਹੋ ਸੰਘਰਸ਼ ਦੇ ਨਾਲ, ਜਾਂ ਲੱਗਦਾ ਕਿ ਨਹੀਂ ਹੁਣ ਜੋ ਹੋ ਵਾਪਰ ਗਿਆ ਉਹਨੂੰ ਦੁਬਾਰਾ ਪੁਨਰ ਸੁਰਜੀਤ ਨਹੀਂ ਕੀਤਾ ਜਾ ਸਕਦਾ? ਦੇਖੋ, ਦੁਨੀਆ ਦੇ ਅੰਦਰ ਬਹੁਤ ਵੱਡੇ ਵੱਡੇ ਲੇਖਕ ਹੋਏ ਨੇ, ਫਸਟ ਵਰਲਡ ਵਾਰ ਮੌਕੇ ਵੀ, ਸੈਕੰਡ ਵਰਲਡ ਵਾਰ ਮੌਕੇ ਵੀ, ਫਾਸਿਜ਼ਮ ਦੇ ਦੌਰ ਦੇ ਵਿੱਚ ਵੀ। ਦੁਨੀਆ ਦੇ ਵੱਡੇ ਕਵੀਆਂ, ਰੰਗਕਰਮੀਆਂ, ਲੇਖਕਾਂ ਨੇ, ਵਿਦਵਾਨਾਂ ਨੇ, ਇਤਿਹਾਸਕਾਰਾਂ ਨੇ ਬਹੁਤ ਕੁਝ ਲਿਖਿਆ ਕਿ ਕਦੀ ਵੀ ਜਿਹੜਾ ਇਤਿਹਾਸ ਆ ਤੇ ਸਮੇਂ ਦਾ ਸੱਚ ਆ ਉਹ ਮੀਂਹ ਹਨੇਰੀਆਂ ਤੇ ਹਾਕਮਾਂ ਦੀਆਂ ਕਾਇਦੇ ਕਾਨੂੰਨਾਂ ਤੇ ਉਹਨਾਂ ਦੀ ਲਿਪਾ ਪੋਚੀ ਦੇ ਨਾਲ ਕਦੇ ਵੀ ਉਹ ਮਿੱਟੀ ਦੇ ਹੇਠਾਂ ਦਬਦਾ ਨਹੀਂ, ਉਹ ਮੁੜ ਮੁੜ ਕੇ ਉੱਠਿਆ ਆਉਂਦਾ। ਜਿਵੇਂ ਸਾਡੇ ਸਮਿਆਂ ਦਾ ਪਾਸ਼ ਕਹਿੰਦਾ ਕਿ ਮੈਂ ਤੇ ਘਾਹ ਹਾਂ, ਤੁਹਾਡੇ ਕੀਤੇ ਕਿਰਾਏ ਤੇ ਮੈਂ ਉਗਾਵਾਂਗਾ। ਤੇ ਜਲ੍ਹਿਆਂਵਾਲੇ ਬਾਗ ਦੀ ਉਸ ਆਵਾਜ਼ ਨੂੰ, ਇਤਿਹਾਸਿਕਤਾ ਨੂੰ ਇਸ ਤਰ੍ਹਾਂ ਦੇ ਨਾਲ ਨਹੀਂ ਮਿਟਾਇਆ ਜਾ ਸਕਦਾ। ਇਹ ਬਹੁਤ ਹੋਸ਼ੇ ਕਿਸਮ ਦੀਆਂ ਗੱਲਾਂ ਨੇ, ਸਗੋਂ ਇਹਨੇ ਗੱਲਾਂ ਸਾਹਮਣੇ ਲੈ ਆਉਂਦੀਆਂ ਕਿ ਕੌਣ ਕਿਹਨੂੰ ਹੇਜ ਹੈ ਬਰਤਾਨੀਆ ਦਾ, ਭਲਾ ਦੀ ਕੀ ਕਾਰਨ ਹੈ। ਸਾਰੇ ਜਲ੍ਹਿਆਂਵਾਲੇ ਬਾਗ ਦੇ ਵਿੱਚ ਈਵਨ ਭਗਤ ਸਿੰਘ ਦਾ ਵੀ ਜਿਹੜੀਆਂ ਅੰਦਰ ਉੱਥੇ ਲਾਈਟ ਐਂਡ ਸਾਊਂਡ ਦੇ ਪ੍ਰੋਗਰਾਮ ਚੱਲਦੇ ਨੇ, ਭਗਤ ਸਿੰਘ ਦੇ ਕੋਲੋਂ ਸਿਰਫ ਇੱਕੋ ਸ਼ਬਦ ਕਹਾਇਆ, ਇਨਕਲਾਬ ਜ਼ਿੰਦਾਬਾਦ। ਭਗਤ ਸਿੰਘ ਨੂੰ ਅੱਧਾ ਕੱਟ ਦਿੱਤਾ, ਅੱਧਾ ਵੱਢ ਦਿੱਤਾ, ਵਿਚਾਲਿਓਂ ਹੱਤਿਆ ਕਰ ਦਿੱਤੀ ਭਗਤ ਸਿੰਘ ਦੇ ਵਿਚਾਰਾਂ ਦੀ। ਭਗਤ ਸਿੰਘ ਕਹਿੰਦਾ ਹੈ ਸਾਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ। ਇਹ ਸਾਮਰਾਜਵਾਦ ਮੁਰਦਾਬਾਦ ਕਾਹਤੇ ਕੱਟਿਆ ਬਈ? ਸਾਮਰਾਜਵਾਦੀ ਵੀ ਸੀਗੇ ਨਾ ਜਿਨ੍ਹਾਂ ਨੇ ਗੋਲੀकांड ਕੀਤਾ, ਇਸ ਕਰਕੇ ਕੱਟਿਆ ਕਿ ਜਿਹੜੀ ਖੇਤੀ ਦੇ ਕਾਲੇ ਕਾਨੂੰਨ ਬਣਾਏ ਜਾ ਰਹੇ ਨੇ, ਜਿਹੜੇ ਸਿੱਖਿਆ ਦੇ ਕਾਨੂੰਨ ਬਣਾਏ ਜਾ ਰਹੇ ਨੇ, ਕਾਰਪੋਰੇਟ ਘਰਾਣਿਆਂ ਨੇ ਆਉਣਾ, ਬਰਤਾਨੀਆ ਦੀਆਂ, ਜਾਪਾਨ ਦੀਆਂ, ਅਮਰੀਕਾ ਦੀਆਂ ਕਾਰਪੋਰੇਟ ਵੱਡੀਆਂ ਕੰਪਨੀਆਂ ਨੇ ਆਉਣਾ, ਲੋਕਾਂ 'ਚ ਪ੍ਰਤੀਰੋਧ ਉੱਠਣਾ। ਉਸ ਪ੍ਰਤੀਰੋਧ ਦੇ ਵਿੱਚ ਜਲ੍ਹਿਆਂਵਾਲਾ ਬਾਗ ਇੱਕ ਰੈਫਰੈਂਸ ਪੁਆਇੰਟ ਬਣਨਾ। ਜੇ ਊਧਮ ਸਿੰਘ ਤੇ ਭਗਤ ਸਿੰਘ ਹੋਣੀ ਉੱਥੋਂ ਦੀ ਮਿੱਟੀ ਨੂੰ, ਲਹੂ ਰੱਤੀ ਮਿੱਟੀ ਨੂੰ ਸਾਰੀ ਉਮਰੀ ਤਾਜ਼ ਜ਼ਿੰਦਗੀ ਸੰਭਾਲ ਕੇ ਰੱਖਦੇ ਨੇ, ਤੇ ਅੱਜ ਦੇ ਵੀ ਭਗਤ ਸਿੰਘਾਂ ਨੇ ਜਲ੍ਹਿਆਂਵਾਲੇ ਬਾਗ 'ਚੋਂ ਮਿੱਟੀ ਚੁੱਕਣੀ ਆ, ਤਾਂ ਉਹਨਾਂ ਦੀ ਕੰਨਾਂ ਦੇ ਵਿੱਚ ਅੱਜ ਜਿਹੜਾ ਵੀ ਇਹੋ ਜਿਹਾ ਚਿੰਨ੍ਹ ਜਾਂ ਇਹੋ ਜਿਹੀ ਕੋਈ ਵੀ ਵਾਇਸ ਜਿਹੜੀ ਸਾਮਰਾਜ ਦੇ ਖਿਲਾਫ ਜਾਂਦੀ ਹੋਵੇ, ਉਹਨੂੰ ਸੋਚ ਸਮਝ ਕੇ ਕੌਨਸ਼ੀਅਸਲੀ ਉਹਨੂੰ ਮੇਟਿਆ ਜਾ ਰਿਹਾ। ਕਿਉਂਕਿ ਅੱਜ ਸਿੱਧਮ ਸਿੱਧੀ ਟੱਕਰ ਜਿਹੜੀ ਦਿੱਲੀ ਦੇ ਬਾਰਡਰਾਂ 'ਤੇ ਆ, ਮੁਜ਼ੱਫਰਨਗਰ ਦੀ ਰੈਲੀ 'ਚ ਆ, ਪੰਜਾਬ ਦੇ ਸਾਰੇ ਅੰਦੋਲਨ 'ਚ ਆ, ਮੁਲਕ ਦੇ ਪੂਰੇ ਕਿਸਾਨੀ ਵਰਗ ਦੇ ਵਿੱਚ, ਔਰ ਕਿਰਤ ਕਾਨੂੰਨਾਂ ਨਾਲ ਮਜ਼ਦੂਰਾਂ 'ਚ, ਦਲਿਤ ਵਰਗ ਦੇ ਜਿੰਨੇ ਮਸਲੇ ਨੇ, ਆਦੀਵਾਸੀਆਂ ਦੇ ਮਸਲੇ ਨੇ, ਆਪਣੇ ਰਾਈਟ ਟੂ ਸਪੀਕ ਦੇ ਮਸਲੇ ਨੇ, ਉਹ ਜਾ ਕੇ ਸਿੱਧਮ ਸਿੱਧੇ ਉਹੀ ਉਹਨੇ ਜਿਹੜੇ ਉੱਥੇ 1918 ਦਾ ਸੈਡੀਸ਼ਨ ਦਾ ਜਿਹੜਾ ਲਾਅ ਆ ਦੇਸ਼ ਧਰੋਹ ਦਾ, ਉੱਥੇ ਬਣਾ ਕੇ ਨਾ ਪੂਰਾ ਫਰੇਮ ਬਣਾ ਕੇ ਲੱਗਿਆ ਹੋਇਆ। ਕਮਾਲ ਦੀ ਗੱਲ, 1918 ਦਾ ਬਣਿਆ ਹੋਇਆ ਸੈਡੀਸ਼ਨ ਲਾਅ ਜਿਹੜਾ 2021 'ਚ ਵੀ ਚੱਲ ਰਿਹਾ। ਸੋ ਇੱਥੋਂ ਅਗਲਿਆਂ ਨੂੰ ਪਤਾ ਲੱਗਣਾ ਨਾ ਕਿ ਆਹ ਕੀ ਸਾਡੇ ਨਾਲ ਚੱਲਿਆ ਹੋਇਆ। ਇਸ ਕਰਕੇ ਉਹ ਸਾਮਰਾਜ ਵਾਲੇ ਚਿੰਨ੍ਹ ਮਿਟਾਏ ਜਾ ਰਹੇ। ਜਿੱਥੋਂ ਤੱਕ ਦੇਸ਼ ਭਗਤ ਜਾਗਰ ਕਮੇਟੀ ਦਾ ਸਵਾਲ ਹੈ, ਅਸੀਂ 1978 'ਚ ਆਵਾਜ਼ ਉਠਾਈ ਸੀ, ਅਸੀਂ 1980 'ਚ ਆਵਾਜ਼ ਉਠਾਈ, ਫਿਰ ਅਸੀਂ ਬਹੁਤ ਜ਼ੋਰ ਦੇ ਨਾਲ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਕ ਵਾਰੀ ਤਾਂ ਪਿੱਛੇ ਰੁਕ ਗਏ, ਨਾ ਇਹਨਾਂ ਨੇ ਯਕੀਨ ਦਹਾਨੀ ਦਵਾਈ, ਨਾ ਰੁਕੇ, ਨਾ ਇਹਨਾਂ ਨੇ ਇੱਕ ਕੌਮਾ ਲਗਾਇਆ, ਫੁੱਲ ਸਟਾਪ ਨਹੀਂ ਲਗਾਇਆ, ਕੌਮਾ ਲਗਾ ਲਿਆ। 2007 'ਚ ਇਹਨਾਂ ਨੇ ਫਿਰ ਯਤਨ ਕੀਤਾ, ਅਸੀਂ ਫਿਰ ਮੈਦਾਨ 'ਚ ਗਏ ਨਵੀਨੀਕਰਨ ਦਾ। 2008 ਦੇ ਵਿੱਚ ਜਦੋਂ ਨਵੀਨੀਕਰਨ ਦਾ ਯਤਨ ਕੀਤਾ ਇਹਨਾਂ ਨੇ, ਮਾਡਰਨਾਈਜੇਸ਼ਨ ਦਾ, ਉਸ ਮੌਕੇ ਸਾਡੀ ਕਮੇਟੀ ਦੇ ਪ੍ਰਧਾਨ ਬਾਬਾ ਭਗਤ ਸਿੰਘ ਬਿਲਗਾ ਜੀ ਵੱਡੇ ਬਜ਼ੁਰਗ ਹੋ ਗਏ ਸੀ, ਚੱਲ ਵੀ ਨਹੀਂ ਸੀ ਸਕਦੇ, ਉਹਨਾਂ ਨੂੰ ਅਸੀਂ ਵੀਲ ਚੇਅਰ 'ਤੇ ਬਿਠਾਇਆ, ਤੇ ਉਹਨਾਂ ਥਾਵਾਂ 'ਤੇ ਜਿੱਥੇ ਗਦਰੀ ਬਾਬੇ, ਜਿੱਥੇ ਬੱਬਰ ਅਕਾਲੀ, ਜਿੱਥੇ ਊਧਮ ਸਿੰਘ ਤੁਰਿਆ ਫਿਰਦਾ ਸੀ, ਜਿੱਥੇ ਭਗਤ ਸਿੰਘ ਤੁਰਿਆ ਫਿਰਦਾ ਸੀ, ਉਹਨਾਂ ਗਲੀਆਂ ਦੇ ਵਿੱਚ, ਅੰਮ੍ਰਿਤਸਰ ਦੀਆਂ ਗਲੀਆਂ 'ਚ ਮਾਰਚ ਕਰਕੇ ਸੱਦਾ ਦਿੱਤਾ, ਜਲ੍ਹਿਆਂਵਾਲਾ ਬਾਗ ਦੇ ਵਾਰਸੋ ਮੈਦਾਨ 'ਚ ਆਓ। ਜਲ੍ਹਿਆਂਵਾਲਾ ਬਾਗ ਖੋਹਣ ਦਾ ਮਤਲਬ ਤੁਹਾਡਾ ਇਤਿਹਾਸ ਖੋਹਣਾ। ਜਲ੍ਹਿਆਂਵਾਲੇ ਬਾਗ ਦਾ ਮਤਲਬ ਆਹ ਜਿਹੜਾ ਇੱਥੇ ਤੁਹਾਨੂੰ ਬਾਗ ਦਿਸਦਾ ਹੈ 4-5 ਏਕੜ ਦੇ ਵਿੱਚ ਫੈਲਿਆ ਹੋਇਆ, ਇਹੀ ਨਹੀਂ ਹੈ। ਇਹ ਪੂਰੇ ਮੁਲਕ ਦੀ ਧਰਤੀ ਦਾ ਸਵਾਲ ਹੈ, ਪੂਰੇ ਮੁਲਕ ਦੀ ਇਤਿਹਾਸਕਤਾ ਦਾ ਸਵਾਲ ਹੈ, ਤੇ ਫਿਰ ਵੀ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ। ਉਸ ਤੋਂ ਬਾਅਦ ਅਸੀਂ 2008 'ਚ, 2009 'ਚ, 2013 ਦੇ ਵਿੱਚ ਜਦੋਂ ਗਦਰ ਦੀ ਸ਼ਤਾਬਦੀ ਸੀ, 2017 'ਚ, 2020 ਦੇ ਵਿੱਚ, 2021 'ਚ ਇੰਨੀ ਵਾਰੀ ਅਸੀਂ ਮੰਗ ਪੱਤਰ ਦਿੱਤੇ ਸਮੇਂ-ਸਮੇਂ ਦੇ ਪ੍ਰਧਾਨ ਮੰਤਰੀ ਨੂੰ। ਮੁਰਾਰਜੀ ਦੇਸਾਈ PMC ਇੱਕ ਦੌਰ ਦੇ ਵਿੱਚ, ਉਸ ਦੌਰ ਦਾ ਮੁਰਾਰਜੀ ਦੇਸਾਈ ਦਾ ਲੈਟਰ ਆ ਸਾਡੇ ਕੋਲੇ, ਸੰਭਾਲਿਆ ਹੋਇਆ ਸਾਡੇ ਕੋਲੇ, ਉਹਦੇ ਵਿੱਚ ਉਹਨਾਂ ਨੇ ਯਕੀਨ ਦਿਵਾਇਆ ਹੋਇਆ ਕਿ ਇਹਦੇ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਜਾਊਗੀ। ਇਹਦੇ ਬਾਵਜੂਦ ਮੁਖਰਜੀ ਦੇ ਲੈਟਰ ਨੇ, ਜਿਹੜੇ ਚੇਅਰਪਰਸਨ ਨੇ,
ਉਹਨਾਂ ਦੇ ਯਕੀਨ ਦਿਵਾਏ ਹੋਏ ਨੇ। ਇਹਦੇ ਬਾਵਜੂਦ ਇਹਨਾਂ ਨੇ ਆਪਣਾ ਕੰਮ ਕੀਤਾ, ਔਰ ਕੰਮ ਕੀਤਾ ਕਰੋਨਾ ਦੀ ਆੜ ਲੈ ਕੇ, 2 ਸਾਲ ਬੰਦ ਰੱਖ ਕੇ। ਅਸੀਂ ਬਾਰ-ਬਾਰ ਮੰਗ ਕਰਦੇ ਰਹੇ। ਪਿਛਲੇ ਮੇਲੇ ਤੋਂ ਵੀ ਅਸੀਂ ਆਵਾਜ਼ ਉਠਾਈ ਲੋਕਾਂ ਦੇ ਹੱਥ ਖੜੇ ਕਰਕੇ ਕਿ ਜਲਿਆਂਵਾਲੇ ਬਾਗ 'ਚ ਇਹੋ ਜਿਹਾ ਕੀ ਕਰ ਰਹੇ ਹੋ ਜਿਹੜਾ ਤੁਸੀਂ 4 ਦੀਵਾਰੀ ਬੰਦ ਕਰ ਦਿੱਤੀ ਹੈ, ਕਿਸੇ ਨੂੰ ਜਾਣ ਨਹੀਂ ਦਿੰਦੇ। ਅਸੀਂ ਮੰਗ ਕੀਤੀ ਕਿ ਦੇਸ਼ ਦੇ ਜਿਹੜੇ ਇਤਿਹਾਸਕਾਰ ਨੇ, ਲੇਖਕ ਤੇ ਬੁੱਧੀਜੀਵੀ ਨੇ, ਸਾਡੀ ਦੇਸ਼ ਭਗਤ ਕਮੇਟੀ ਵਰਗੀਆਂ ਕਮੇਟੀਆਂ ਨੇ, ਉਹਨਾਂ ਨੂੰ ਵਿੱਚ ਲਵੋ, ਕਮੇਟੀ 'ਚ ਲਵੋ, ਉਹਨਾਂ ਨੂੰ ਪੁੱਛੋ ਤੁਸੀਂ, ਜੇ ਸਾਡੀ ਕਮੇਟੀਆਂ ਤੋਂ ਰਾਏ ਲਵੋ, ਤੁਸੀਂ ਸਾਨੂੰ ਦਿਖਾਓ, ਟਰਾਂਸਪੇਰੈਂਟ ਕਰੋ, ਇਹਨੂੰ ਪਬਲਿਕ ਕਰੋ, ਕੀ ਕਰਨ ਜਾ ਰਹੇ ਹੋ। ਤੁਸੀਂ ਤਾਂ ਜਲਿਆਂਵਾਲਾ ਬਾਗ ਦਾ ਇਤਿਹਾਸ ਸਾਂਭਣ ਲੱਗੇ ਹੋ, ਤੁਸੀਂ ਕਹਿੰਦੇ ਹੋ ਅਸੀਂ ਉਹਨੂੰ ਸੰਭਾਲ ਰਹੇ ਹਾਂ, ਕਿਤੇ ਮਿਟ ਨਾ ਜਾਵੇ। ਤੁਹਾਨੂੰ ਕਾਹਦਾ ਡਰ ਹੈ? ਇਹ ਬੰਦ ਕਾਹਦੇ ਲਈ ਕਰਿਆ ਤੁਸੀਂ? ਕੋਈ ਉੱਥੇ ਕੀ ਕਰ ਰਹੇ ਹੋ? ਇਹ ਦਿਖਾਓ ਤੁਸੀਂ। ਇਸੇ ਕਰਕੇ ਨਹੀਂ ਸੀ ਦਿਖਾਉਂਦੇ। ਜਦੋਂ ਹੁਣ ਖੋਲ੍ਹਿਆ ਤਾਂ ਇਸ ਕਿਸਮ ਦੀ ਹਾਲ ਦੇ ਵਿੱਚ ਮਤਲਬ ਖੋਲ੍ਹਿਆ ਜਾ ਰਿਹਾ। ਸੋ ਇਹਦੇ ਵਿੱਚ ਇਸ ਮੌਕੇ ਦੇ ਉੱਤੇ ਅਸੀਂ ਉਹਨਾਂ ਨੂੰ ਆਪਣੀ ਪ੍ਰੈਸ ਨੋਟ ਵੀ ਦਿੱਤੇ ਨੇ। ਅਸੀਂ 15 ਤਰੀਕ ਨੂੰ ਅਗਲੇ ਦੌਰ ਦੇ ਵਿੱਚ ਵੀ PM ਨੂੰ ਵੀ ਲੈਟਰ, ਮੰਗ ਪੱਤਰ ਵੀ ਜਾ ਰਿਹਾ ਸਾਡਾ। ਔਰ ਅਸੀਂ ਇੱਕ ਵਾਰੀ ਇਹ ਸੱਦਾ ਦਿੱਤਾ ਕਿ ਮੁਲਕ ਦੇ ਲੋਕ ਸਾਰੇ ਦੇਸ਼ ਭਗਤ ਯਾਦਗਾਰ ਕਮੇਟੀ ਦੀਆਂ ਕੱਲੀਆਂ ਬਾਹਾਂ ਕਾਫੀ ਨਹੀਂ, ਇਹਨਾਂ ਨੂੰ ਹੋਰ ਬਾਹਾਂ ਦੀ ਲੋੜ ਆ। ਇਸ ਕਰਕੇ ਸਾਰੇ ਬੁੱਧੀਜੀਵੀ, ਲੇਖਕ, ਵਿਦਵਾਨ, ਵਿਦਿਅਕ ਅਦਾਰੇ, ਯੂਨੀਵਰਸਿਟੀਆਂ, ਖੋਜ ਕਾਰਜ ਸੰਸਥਾਵਾਂ, ਸਾਰੀਆਂ ਕਿਸਾਨ ਜਥੇਬੰਦੀਆਂ, ਮਜ਼ਦੂਰ, ਨੌਜਵਾਨ ਤੇ ਵਿਦਿਆਰਥੀ ਤੇ ਔਰਤਾਂ ਦੀਆਂ ਜਥੇਬੰਦੀਆਂ, ਸਾਰੇ ਬੇਰੁਜ਼ਗਾਰ, ਉਹ ਸਾਰੇ ਮੈਦਾਨ 'ਚ ਆਉਣ, ਸਾਡੇ ਨਾਲ ਅੱਗੇ ਜੁੜਨ। ਅਗਲੇ ਦਿਨਾਂ ਦੇ ਵਿੱਚ ਅਸੀਂ ਸੱਦਾ ਦੇਵਾਂਗੇ ਔਰ ਪਹਿਲਾਂ ਆਰਾਮ ਨਾਲ ਚੱਲਾਂਗੇ। ਨਹੀਂ ਹੋਊਗਾ ਤਾਂ ਜਲਿਆਂਵਾਲਾ ਬਾਗ ਦੇ ਬਾਹਰ, ਇੱਥੇ ਜਿੱਥੇ ਵੀ ਕਿਤੇ ਪਿਕਟਿੰਗ ਹੁੰਦੀ ਆ, ਇਹ ਗੱਲ ਬਰਦਾਸ਼ਤ ਕਰਨ ਯੋਗ ਨਹੀਂ ਹੈ। ਇਹ ਸਾਡੀ ਹਿਸਟਰੀ ਦੀ ਹੱਤਿਆ, ਆਉਣ ਵਾਲੇ ਕੱਲ੍ਹ ਦੀ ਹੱਤਿਆ, ਔਰ ਨਸਲਾਂ ਦੇ ਕੋਲੋਂ ਆਪਣਾ ਇਤਿਹਾਸ ਖੋਹਣ ਦਾ ਮਤਲਬ ਇਹ ਹੈ ਕਿ ਚੁਤਰਫਾ ਹੱਲਾ ਵਿੱਢਿਆ ਹੋਇਆ। ਹੁਣ ਸਿੱਧੇ ਤੌਰ ਦੇ ਉੱਤੇ ਆ ਗਏ। ਐਜੂਕੇਸ਼ਨ ਦੇ ਮੌਕੇ ਵੀ ਸੀ, ਜਿਸ ਮੌਕੇ ਦੇ ਉੱਤੇ ਮਹਾਸਵੇਤਾ ਦੇਵੀ ਦੀ ਕਹਾਣੀ ਬੰਦ ਕੀਤੀ ਜਾਂਦੀ ਆ, ਜਾਂ ਜਿਹੜੇ ਤਾਮਿਲਨਾਡੂ ਦੇ, ਮਹਾਰਾਸ਼ਟਰ ਦੇ ਦਲਿਤ ਲੇਖਕ ਨੇ ਮੰਨੇ ਪ੍ਰਮੰਨੇ, ਉਹਨਾਂ ਦਾ ਸਾਹਿਤ ਜਿਹੜਾ ਦਿੱਲੀ ਯੂਨੀਵਰਸਿਟੀ ਦੇ ਸਿਲੇਬਸ 'ਚੋਂ ਬਾਹਰ ਕੀਤਾ ਜਾਂਦਾ। ਦਿਸ ਆਲਸੋ ਦਾ ਪਾਰਟ ਆਫ ਦੋਜ਼ ਐਫਰਟ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਮੋਲਕ ਸਿੰਘ ਜੀ ਕਿ ਇਤਿਹਾਸ ਨੂੰ ਹੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਤਿਹਾਸ ਨੂੰ ਹੀ ਅਸੀਂ ਇਤਿਹਾਸ ਬਣਾ ਦੇਣਾ। ਕਿ ਕਿਸੇ ਸਮੇਂ ਜਲਿਆਂਵਾਲਾ ਬਾਗ ਇਹੋ ਜਿਹਾ ਹੁੰਦਾ ਸੀ, ਜਿਹੜਾ ਹੈ ਸੀ ਉਹਨੂੰ ਸੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਉਹ ਨਵੀਨੀਕਰਨ ਨੇ ਕਿੰਨੀ ਕੁ ਇਤਿਹਾਸਕ ਸੱਟ ਮਾਰੀ ਆ, ਭਾਵਨਾਤਮਕ ਤੌਰ ਤੇ ਲੋਕਾਂ ਨੂੰ ਕਿੰਨੀ ਕੁ ਸੱਟ ਮਾਰੀ ਆ, ਜਿਨ੍ਹਾਂ ਦਾ ਜੁੜਾਵ ਸੀਗਾ ਜਲਿਆਂਵਾਲੇ ਬਾਗ ਦੇ ਨਾਲ। ਜਲਿਆਂਵਾਲੇ ਬਾਗ ਦੇ ਕਾਂਡ ਦੇ ਵਿੱਚ ਸ਼ਹੀਦ ਹੋਏ ਪਰਿਵਾਰਾਂ ਦੇ ਵੱਲੋਂ ਵੀ ਕਈ ਤਰੀਕੇ ਦੇ ਇਤਰਾਜ਼ ਜਿਹੜੇ ਆ ਉਹ ਜਤਾਏ ਗਏ ਕਿ ਆਹ ਚੀਜ਼ਾਂ ਜਿਹੜੀਆਂ ਕੀਤੀਆਂ ਗਈਆਂ ਉਹ ਵਾਜਬ ਨਹੀਂ ਆ। ਬਾਵਜੂਦ ਇਹਦੇ ਸਰਕਾਰ ਨੇ ਇਹ ਸਾਰਾ ਕੁਝ ਕੀਤਾ ਤੇ ਹੁਣ ਇਹ ਮਾਮਲਾ ਜਿਹੜਾ ਵਿਵਾਦ ਉੱਠਿਆ ਆ, ਨਵੀਨੀਕਰਨ ਕਰਨ ਦੇ ਨਾਂ ਤੇ ਇਤਿਹਾਸ ਨੂੰ ਕਤਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ, ਉਹ ਵਿਵਾਦ ਕਿੱਥੋਂ ਤੱਕ ਜਾਂਦਾ ਆ? ਕੋਈ ਨਵਾਂ ਸੰਘਰਸ਼ ਇਹਦੇ ਵਿੱਚੋਂ ਵੀ ਨਿਕਲ ਕੇ ਆਉਂਦਾ ਆ? ਜਿਵੇਂ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦਾ ਇਹ ਐਲਾਨ ਹੈ ਕਿ ਸ਼ੁਰੂਆਤ ਅਸੀਂ ਕਰ ਦਿੱਤੀ ਹੈ, ਆਉਣ ਵਾਲੇ ਸਮੇਂ 'ਚ ਬਹੁਤ ਸਾਰੀਆਂ ਧਿਰਾਂ ਨੂੰ ਆਪਣੇ ਨਾਲ ਜੋੜ ਕੇ ਆਵਾਜ਼ ਨੂੰ ਹੋਰ ਪੁਰਜ਼ੋਰ ਤਰੀਕੇ ਨਾਲ ਉਠਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਹ ਆਵਾਜ਼ ਕਿੰਨੀ ਕੁ ਬੁਲੰਦ ਹੁੰਦੀ ਹੈ? ਉਹਨਾਂ ਸ਼ਹੀਦਾਂ ਦੀ ਆਵਾਜ਼ ਜਿਹੜੀ ਕਹਿ ਸਕਦੇ ਹਾਂ ਕਿ ਇਸ ਵੇਲੇ ਚੀਸ ਜਾਂ ਚੀਕ ਦੇ ਰੂਪ ਦੇ ਵਿੱਚ ਨਿਕਲਦੀ ਪਈ ਆ, ਜਿਹੜੇ ਜਲਿਆਂਵਾਲੇ ਬਾਗ ਨੂੰ ਇੱਕ ਪਾਰਕ ਬਣਾ ਕੇ ਧਰ ਦਿੱਤਾ ਗਿਆ, ਮਨੋਰੰਜਨ ਦਾ ਸਾਧਨ ਧਰ ਦਿੱਤਾ ਗਿਆ, ਜਿੱਥੋਂ ਲੋਕ ਇਹ ਅਹਿਸਾਸ ਕਰਦੇ ਸੀਗੇ ਕਿ 1919 ਦੇ ਵਿੱਚ ਕੀ ਵਾਪਰਿਆ ਹੋਵੇਗਾ, ਬੱਚਿਆਂ ਦੀਆਂ ਲੇਰਾਂ ਕਿਵੇਂ ਨਿਕਲਣੀਆਂ ਹੋਣਗੀਆਂ ਜਦੋਂ ਗੋਲੀਆਂ ਚੱਲੀਆਂ, ਉਹਨਾਂ ਦੀਆਂ ਮਾਵਾਂ ਨੇ ਕਿਵੇਂ ਉਹਨਾਂ ਨੂੰ ਸੀਨਿਆਂ ਦੇ ਨਾਲ ਲਾਇਆ ਹੋਵੇਗਾ, ਜਦੋਂ ਪਿਓ ਦੇ ਸਾਹਮਣੇ ਕਿਸੇ ਪੁੱਤ ਦੇ ਗੋਲੀ ਵੱਜੀ ਹੋਏਗੀ ਤੇ ਉਹਦੇ ਦਿਲ ਦੇ ਵਿੱਚੋਂ ਕਿਹੋ ਜਿਹੀ ਹੂਕ ਨਿਕਲੀ ਹੋਏਗੀ। ਉਹ ਸਾਰੀਆਂ ਭਾਵਨਾਵਾਂ ਨੂੰ ਜਿਹੜੇ ਮਹਿਸੂਸ ਕਰਦੇ ਸੀਗੇ, ਉਹ ਅੱਜ ਉੱਥੇ ਸਿਰਫ ਕਹੇ ਦੇ ਰੂਪ ਦੇ ਵਿੱਚ ਹੀ ਚੀਜ਼ਾਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ। ਅਮੋਲਕ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਇੱਕ ਆਖਰੀ ਗੱਲ ਜਿਹੜੀ ਕਹਿਣੀ, ਆਖਰੀ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਜੀ, ਜਿਹੜੀ ਬਰਤਾਨਵੀ ਸਰਕਾਰ ਨੇ ਲਿਸਟ ਦਿੱਤੀ ਆ ਉਹਦੇ ਵਿੱਚ 406 ਸ਼ਹੀਦ ਨੇ। ਕਿਹਾ ਜਾਂਦਾ ਕਿ 1000 ਲੋਕ ਮਰਿਆ, ਚਲੋ 406 ਹੀ ਸਹੀ। ਉਹ ਲਿਸਟ ਜਿਹੜੀ ਹੈ, ਉਸ ਲਿਸਟ ਦੇ ਵਿੱਚ 62 ਨਾਮ ਮੁਸਲਮਾਨ ਭਰਾਵਾਂ ਦੇ ਨੇ। ਇਸ ਮੌਕੇ ਉੱਥੇ ਨਰੇਸ਼ਨ 'ਚ ਵੀ ਔਰ ਜਿਹੜੀ ਉੱਥੇ ਵਿਜ਼ੂਅਲ ਆ ਉਹਦੇ ਵਿੱਚ ਵੀ ਮੁਸਲਮਾਨ ਭਾਈਚਾਰੇ ਨੂੰ ਬਿਲਕੁਲ ਦਰਕਨਾਰ ਕਰਨ ਦਾ ਯਤਨ ਕੀਤਾ ਗਿਆ, ਜਿਹਦੇ 2 ਬਹੁਤ ਵੱਡੇ ਸਬੂਤ ਨੇ। ਗਦਰ ਪਾਰਟੀ ਦੇ ਪਹਿਲੇ ਬਾਨੀ ਪ੍ਰਧਾਨਾਂ ਦੇ ਵਿੱਚ ਮੀਤ ਪ੍ਰਧਾਨ ਨੇ ਪ੍ਰੋਫੈਸਰ ਬਰਕਤ ਉੱਲਾ, ਤੁਹਾਨੂੰ ਕਿਤੇ ਨਾਂ ਨਹੀਂ ਦਿਖਾਈ ਦਊਗਾ ਉੱਥੇ। ਉਹਦੇ ਵਿੱਚ ਜਲਿਆਂਵਾਲੇ ਕਾਂਡ ਤੋਂ ਥੋੜ੍ਹੇ ਦਿਨ ਪਹਿਲਾਂ ਘੋੜੇ ਦੇ ਉੱਤੇ ਸਵਾਰ ਹੋ ਕੇ ਬਹੁਤ ਜ਼ੋਰਦਾਰ ਹੋਕਾ ਦਿੱਤਾ ਡਾਕਟਰ ਹਾਫਿਜ਼ ਜਿਹੜਾ ਅਹਿਮਦ ਬਸੀਰ, ਡਾਕਟਰ ਹਾਫਿਜ਼ ਅਹਿਮਦ ਬਸੀਰ ਨੇ ਬਹੁਤ ਵੱਡਾ ਰੋਲ ਆ ਉਹਦਾ ਅੰਮ੍ਰਿਤਸਰ ਨੂੰ ਜਗਾਉਣ ਦੇ ਵਿੱਚ। ਉਹਦਾ ਨਾਂ ਖਾਰਜ ਕਰ ਦਿੱਤਾ ਗਿਆ। ਇਹ ਕੀ ਹੋ ਰਿਹਾ? ਬਿਲਕੁਲ। ਔਰ ਅਖੀਰ ਦੇ ਵਿੱਚ, ਲਾਸਟ ਵਿੱਚ, ਕੋਈ ਵੀ ਕਿਸੇ ਦੇ ਮੁਲਕ ਦੇ ਵੀ ਕੌਮੀ ਝੰਡੇ ਦਾ ਅਪਮਾਨ ਕਰੇ,
ਉਹਦੇ ਬੜੇ ਦੇਸ਼ ਧਰੋਹ ਦੇ ਤੇ ਬੜੇ ਵੱਡੇ ਕੇਸ ਬਣਦੇ ਨੇ। ਗਦਰ ਪਾਰਟੀ ਦਾ ਝੰਡਾ ਵੀ ਤਾਂ ਕੌਮੀ ਆਜ਼ਾਦੀ ਦਾ ਚਿੰਨ੍ਹ ਹੈ ਨਾ। ਗਦਰ ਪਾਰਟੀ ਦੇ ਝੰਡੇ ਦਾ ਉੱਪਰ ਰੰਗ ਲਾਲ ਹੈ, ਵਿੱਚ ਰੰਗ ਬਸੰਤੀ ਆ ਤੇ ਤੀਜਾ ਰੰਗ ਹਰਾ। ਜਿਹੜਾ ਉੱਥੇ ਗਦਰ ਦਾ ਝੰਡਾ ਲਾਇਆ ਹੋਇਆ, ਤੀਜਾ ਰੰਗ ਹਰਾ ਮੇਟ ਦਿੱਤਾ ਗਿਆ। ਮੇਟ ਉਹਦੇ ਥਾਂ ਦੇ ਉੱਤੇ ਕਾਲਾ ਰੰਗ ਹੈ। ਕਿਉਂ, ਕਾਹਦੇ ਲਈ ਕਰਿਆ? ਇਹ ਹਰਾ ਰੰਗ ਸਾਡਾ ਜਿਹੜਾ ਮੁਸਲਮਾਨ ਭਾਈਚਾਰਾ, ਇਹ ਉਹਦੇ ਕਰਕੇ ਪਾਸੇ ਕੀਤਾ। ਕੀ ਇਸ ਕਰਕੇ ਪਾਸੇ ਕੀਤਾ ਕਿ ਖੇਤੀ ਤਾਂ ਕਾਰਪੋਰੇਟਾਂ ਨੇ ਖਾ ਜਾਣੀ ਆ, ਹਰਾ ਭਰਾ ਰੰਗ ਰਹਿਣ ਹੀ ਨਹੀਂ ਦੇਣਾ? ਇਹਦਾ ਕੀ ਮਤਲਬ ਆ? ਇਹਦਾ ਜਵਾਬ ਮੰਗਣਗੇ, ਆਉਣ ਵਾਲਾ ਕੱਲ੍ਹ ਮੰਗੂਗਾ। ਆਉਣ ਵਾਲਾ ਕੱਲ੍ਹ ਜਵਾਬ ਮੰਗੇਗਾ, ਕਿਉਂਕਿ ਜੇ ਤਾਂ ਅਸੀਂ ਕਹੀਏ ਕਿ ਗਲਤੀਆਂ ਸਹਿਜ ਸੁਭਾਅ ਹੋਈਆਂ, ਕਿ ਇਹ ਸਹਿਜ ਸੁਭਾਅ ਵਾਲੀਆਂ ਲੱਗਦੀਆਂ ਨਹੀਂ, ਕਿਉਂਕਿ ਇੱਕ ਗਲਤੀ ਸਹਿਜ ਸੁਭਾਅ ਹੁੰਦੀ ਆ, ਦੋ ਹੁੰਦੀਆਂ ਨੇ, ਤਿੰਨ ਹੁੰਦੀਆਂ ਨੇ। ਪਰ ਇੱਥੇ ਤਾਂ ਬਹੁਤ ਕੁਝ ਇਹੋ ਜਿਹਾ ਜਿਵੇਂ ਇੰਜ ਲੱਗਦਾ ਕਿ ਕਿਸੇ ਸੋਚੀ ਸਮਝੀ ਰਣਨੀਤੀ ਦੇ ਤਹਿਤ ਹੀ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਗਈਆਂ। ਇਤਿਹਾਸ ਨਾਲ ਛੇੜਖਾਨੀ ਸਹਿਜ ਸੁਭਾਅ ਨਹੀਂ, ਜਾਣ ਬੁੱਝ ਕੇ ਕੀਤੀ ਹੈ। ਫਿਲਹਾਲ ਇਹ ਆਵਾਜ਼ ਕਿੱਥੋਂ ਤੱਕ ਪਹੁੰਚਦੀ ਹੈ, ਕਿੰਨੀ ਕੁ ਬੁਲੰਦ ਹੁੰਦੀ ਹੈ ਤੇ ਕਿੰਨਾ ਕੁ ਸੱਤਾ ਮੰਨਦੀ ਹੈ ਕਿ ਹਾਂ ਅਸੀਂ ਜਾਣ ਬੁੱਝ ਕੇ ਕੀਤਾ ਜਾਂ ਸਾਡੇ ਕੋਲ ਸਹਿਜ ਸੁਭਾਅ ਹੋ ਗਿਆ, ਇਹ ਵਕਤ ਦੇ ਭਵਿੱਖ ਦੀ ਗੋਦ ਦੇ ਵਿੱਚ ਜਿਹੜੀ ਆ ਉਹ ਕਹਿ ਸਕਦੇ ਹਾਂ। ਫਿਲਹਾਲ ਚਰਚਾ ਜ਼ਰੂਰ ਚੱਲ ਪਈ ਹੈ, ਕਿੰਤੂ ਪਰੰਤੂ ਜ਼ਰੂਰ ਹੋ ਰਿਹਾ। ਲੋਕ ਇਤਰਾਜ਼ ਜ਼ਰੂਰ ਜਤਾ ਰਹੇ ਆ ਕਿ ਇਹ ਉਸ ਇਤਿਹਾਸਕ ਧਰੋਹਰ ਦੇ ਨਾਲ ਜਿਹੜੀ ਛੇੜਖਾਨੀ ਕੀਤੀ ਹੈ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੈਮਰਾਮੈਨ ਰਵਿੰਦਰ ਦੇ ਨਾਲ ਜਸਵੀਰ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।